ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਖਬਰਾਂ, ਕੁਝ ਗੱਲਾਂ ਬਾਤਾਂ, ਕੁਝ ਮੁੱਦੇ ਜਿਹੜੇ ਸਾਰਾ ਦਿਨ ਚਰਚਾ ਦੇ ਵਿੱਚ ਰਹੇ ਆ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅੱਜ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਇੱਕ ਮੁੱਦਾ, ਅਮਰੀਕਾ ਨੇ ਕੋਵਿਡ ਸੰਬੰਧੀ ਕੁਝ ਪਾਬੰਦੀਆਂ ਚੱਕ ਦਿੱਤੀਆਂ। ਕਿਹੜੀਆਂ ਪਾਬੰਦੀਆਂ ਚੱਕੀਆਂ, ਕੀ ਉਹਦੇ ਨਾਲ ਸੌਖ ਹੋਈ ਹੈ, ਗੱਲਬਾਤ ਕਰਾਂਗੇ। ਕੱਲ੍ਹ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅਲਬਰਟਾ ਦੇ ਵਿੱਚ ਇੱਕ 86 ਸਾਲਾ ਔਰਤ ਦੀ ਮੌਤ ਹੋ ਗਈ, ਉੱਥੇ ਐਂਬੂਲੈਂਸ ਨਹੀਂ ਸੀ ਪਹੁੰਚੀ। ਅੱਜ ਖਬਰ ਆ ਰਹੀ ਹੈ ਕਿ ਉਹਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਅੱਗੇ ਜਾਂਚ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣ ਦੀ ਆਸ ਲੱਗ ਰਹੀ ਹੈ। ਟੋਰਾਂਟੋ ਪੀਅਰਸਨ ਏਅਰਪੋਰਟ ਦੇ ਉੱਤੇ ਲੰਬੀਆਂ ਲਾਈਨਾਂ ਲੱਗੀਆਂ। ਹਾਲਾਂਕਿ ਸਾਰੀਆਂ ਏਅਰਪੋਰਟਸ ਦੇ ਉੱਤੇ ਇਹ ਹਾਲ ਆ, ਪਰ ਟੋਰਾਂਟੋ ਦੇ ਵਿੱਚ ਖਾਸ ਤੌਰ ਦੇ ਉੱਤੇ ਲੋਕ ਤੰਗ ਨੇ। ਲੰਬਾ ਸਮਾਂ ਉੱਥੇ ਉਹਨਾਂ ਨੂੰ ਰੁਕਣਾ ਪੈ ਰਿਹਾ। ਮੰਗ ਉੱਠ ਰਹੀ ਹੈ ਕਿ ਇਹਦਾ ਕੁਛ ਕੀਤਾ ਜਾਵੇ। ਪ੍ਰਦੂਸ਼ਣ ਦੇ ਬਾਰੇ ਹਮੇਸ਼ਾ ਹੀ ਗੱਲਬਾਤ ਹੁੰਦੀ ਆ। ਪਲਾਸਟਿਕ ਦਾ ਪ੍ਰਦੂਸ਼ਣ, ਮਾਈਕਰੋ ਪਲਾਸਟਿਕ ਅੰਟਾਰਕਟਿਕ ਸਨੋ ਤੱਕ ਪਹੁੰਚ ਗਈ ਆ। ਕੀ ਮਾਮਲਾ ਹੈ, ਦੁਨੀਆ 'ਤੇ ਕੀ ਅਸਰ ਪਊਗਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਯੂਕਰੇਨ ਰਸ਼ੀਆ ਦਾ ਯੁੱਧ, ਵਲਾਦੀਮੀਰ ਪੁਤਿਨ ਨੇ ਆਪਣੇ ਆਪ ਨੂੰ ਪੀਟਰ ਦੇ ਗ੍ਰੇਟ ਦੇ ਨਾਲ ਤੁਲਨਾ ਕੀਤੀ ਆ। ਉਹ ਇੱਕ ਰਾਜਾ, ਉਹ ਸ਼ਾਸਕ ਜਿਹੜਾ ਰੂਸ ਦੇ ਵਿੱਚ ਬਹੁਤ ਲੰਬਾ ਸਮਾਂ ਜਿਵੇਂ ਰਾਜ ਕੀਤਾ, ਵਲਾਦੀਮੀਰ ਪੁਤਿਨ ਨੇ ਆਪਣੇ ਆਪ ਨੂੰ ਉਹਦੇ ਨਾਲ ਤੁਲਨਾ ਕਰਕੇ ਦੱਸਿਆ। ਆਬਾਦੀ ਦੁਨੀਆ ਦੇ ਵਿੱਚ ਕਹਿੰਦੇ ਘਟ ਰਹੀ ਹੈ, ਅਤੇ ਇਹ ਚੀਜ਼ ਚਿੰਤਾ ਵਾਲੀ ਆ। ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਨੁਕਸਾਨ ਹੋਊਗਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਪੀਡ ਲਿਮਿਟ ਘੱਟ ਕਰਨ ਦੀ ਗੱਲਬਾਤ ਹੋ ਰਹੀ ਹੈ ਕਿ ਸਪੀਡ ਲਿਮਿਟ ਸ਼ਹਿਰ ਦੇ ਵਿੱਚ 30 ਦੀ ਕਰ ਦੇਣੀ ਚਾਹੀਦੀ ਹੈ 50 ਦੇ ਥਾਂ ਦੇ ਉੱਤੇ। ਵਿਆਜ ਦਰਾਂ ਵਧੀਆਂ ਆ, ਅਤੇ ਇਹਨਾਂ ਵਧੀਆਂ ਵਿਆਜ ਦਰਾਂ ਦਾ ਹੁਣ ਅਸਰ ਕਿਤੇ ਨਾ ਕਿਤੇ ਦਿਸਣਾ ਸ਼ੁਰੂ ਹੋ ਗਿਆ। ਲੋਕ ਥੋੜ੍ਹੇ ਜਿਹੇ ਸਮੱਸਿਆ ਦੇ ਵਿੱਚ ਇਹਨਾਂ ਵਿਆਜ ਦਰਾਂ ਦੇ ਨਾਲ ਆ ਰਹੇ ਨੇ। ਇਹ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ। ਅੱਜ ਅਮਰੀਕਾ ਨੇ ਜਿਹੜਾ ਉਹ ਆ ਕੇ ਆਪਣੀਆਂ ਰਿਕੁਆਇਰਮੈਂਟ ਚੱਕ ਰਿਹਾ। ਜਿਹੜੀਆਂ ਇੰਟਰਨੈਸ਼ਨਲ ਏਅਰ ਟਰੈਵਲਰ ਉੱਥੇ ਪਹੁੰਚਦੇ ਆ, ਕੋਵਿਡ-19 ਟੈਸਟ ਜਿਹੜਾ ਉਹਨਾਂ ਨੂੰ ਇੱਕ ਦਿਨ ਪਹਿਲਾਂ ਲੈਣਾ ਪੈਂਦਾ, ਉਸ ਮਾਮਲੇ ਦੇ ਵਿੱਚ ਇਹ ਆਖਰੀ ਰਿਕੁਆਇਰਮੈਂਟਸ ਹੌਲੀ ਕਰਕੇ ਚੱਕੀਆਂ ਜਾ ਰਹੀਆਂ। ਬਹੁਤ ਸਾਰੀਆਂ ਰਿਕੁਆਇਰਮੈਂਟ ਅਮਰੀਕਾ ਨੇ ਪਹਿਲਾਂ ਚੱਕ ਦਿੱਤੀਆਂ ਸੀ ਕਿ ਤੁਸੀਂ ਹੁਣ ਆਉਣ ਤੋਂ ਪਹਿਲਾਂ ਤੁਹਾਨੂੰ ਆਹ ਸ਼ਰਤਾਂ ਦੀ ਲੋੜ ਨਹੀਂ ਆ, ਅਤੇ ਹੁਣ ਇਹ ਟੈਸਟ ਦੀ ਰਿਕੁਆਇਰਮੈਂਟ ਚੱਕੀ ਜਾ ਰਹੀ ਹੈ। ਸੀਨੀਅਰ ਐਡਮਿਨਿਸਟ੍ਰੇਸ਼ਨ ਜਿਹੜੇ ਅਫੀਸ਼ੀਅਲਸ ਨੇ ਉਹ ਕਹਿ ਰਹੇ ਆ ਕਿ ਇਹ ਮੈਂਡੇਟ ਇਸ ਐਤਵਾਰ ਨੂੰ 12 ਵਜੇ ਰਾਤ ਨੂੰ, ਮਤਲਬ ਅੱਧੀ ਰਾਤ ਨੂੰ 12 ਵਜੇ ਐਕਸਪਾਇਰ ਹੋ ਜਾਣਾ, ਜਿਹੜਾ ਈਸਟਰਨ ਟਾਈਮ ਆ ਉਹਦੇ ਹਿਸਾਬ ਨਾਲ। ਅੱਜ ਸ਼ੁੱਕਰਵਾਰ ਹੋ ਗਿਆ ਅਤੇ 2 ਦਿਨਾਂ ਬਾਅਦ ਐਕਸਪਾਇਰ ਹੋ ਜਾਣਾ। ਅਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਇਸ ਗੱਲ ਦੇ ਲਈ ਬਹੁਤ ਜ਼ਿਆਦਾ ਇਹਨੂੰ ਤੈਅ ਆ ਇਸ ਗੱਲ ਦੇ ਉੱਤੇ ਕਿ ਇਹਦੀ ਜ਼ਰੂਰਤ ਹੁਣ ਹੋਰ ਜ਼ਿਆਦਾ ਨਹੀਂ ਰਹੀ। ਸੋ ਬਹੁਤ ਚਾਂਸਿਸ ਆ ਕਿ ਉਸ ਦਿਨ ਚੱਕਿਆ ਜਾਵੇ। ਫਰਾਈਡੇ ਅੱਜ ਜਦੋਂ ਗੱਲਬਾਤ ਕੀਤੀ ਆ, ਜਿਹੜੀ ਇਹਦਾ ਪ੍ਰੀਵਿਊ ਕੀਤਾ ਜਾ ਰਿਹਾ ਇਸ ਫਾਰਮਲ ਅਨਾਊਂਸਮੈਂਟ ਦਾ, ਜਿਹਦੇ ਵਿੱਚ ਕਿਹਾ ਜਾ ਕਿ ਏਜੰਸੀ ਇਸ ਵੇਲੇ ਰੀਵੈਲੂਏਟ ਕਰ ਰਹੀ ਆ ਟੈਸਟਿੰਗ ਰਿਕੁਆਇਰਮੈਂਟ ਦੀ ਇਸ ਲੋੜ ਨੂੰ। ਅਤੇ ਇਹਨੂੰ ਹੁਣ ਜਿਹੜਾ, ਕਿਉਂਕਿ 90 ਦਿਨ ਬਾਅਦ ਇਹਨੂੰ ਫਿਰ ਉਹ ਰੀਵੈਲੂਏਟ ਕਰਦੇ ਆ, ਫਿਰ ਫੈਸਲਾ ਲੈਂਦੇ ਆ ਇਹ ਪਾਬੰਦੀਆਂ ਜਾਰੀ ਰੱਖਣੀਆਂ, ਜਿਹਨਾਂ ਨੂੰ ਬੰਦ ਕਰ ਦੇਣਾ। ਅਤੇ ਹੁਣ ਫਿਰ ਉਹ ਸਮਾਂ ਆਇਆ ਜਿਹਦੇ ਵਿੱਚ ਰੀਵੈਲੂਏਟ ਕੀਤਾ ਜਾ ਰਿਹਾ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਟੈਸਟਿੰਗ ਰਿਕੁਆਇਰਮੈਂਟ ਰੱਖੀ ਸੀ, ਤੁਹਾਨੂੰ ਯਾਦ ਹੋਊਗਾ ਲਾਸਟ ਈਅਰ, ਜਦੋਂ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਸੀਗੀਆਂ ਬੈਨ ਕਰ ਦਿੱਤਾ ਗਿਆ ਸੀ। ਨਾਨ ਐਸੈਂਸ਼ੀਅਲ ਟਰੈਵਲ ਨੂੰ ਬਹੁਤ ਸਾਰੀਆਂ, ਕਈ ਦਰਜਨ ਦੇਸ਼ਾਂ ਨੂੰ ਅਮਰੀਕਾ ਦੇ ਵਿੱਚ ਆਉਣ ਤੋਂ ਬੈਨ ਕਰ ਦਿੱਤਾ ਗਿਆ ਸੀ, ਜਿਹਨਾਂ ਦੇ ਵਿੱਚ ਯੂਰਪ ਵੀ ਸੀ, ਚੀਨ ਵੀ ਸੀ, ਬ੍ਰਾਜ਼ੀਲ ਵੀ ਸੀ, ਅਤੇ ਸਾਊਥ ਅਫਰੀਕਾ, ਇੰਡੀਆ, ਇਰਾਨ, ਇਹ ਸਾਰੇ ਦੇਸ਼ ਇਹਨਾਂ ਦੇ ਵਿੱਚ ਸ਼ਾਮਲ ਸੀਗੇ। ਹੁਣ ਜਿਹੜਾ ਇਹਨਾਂ ਨੂੰ ਰਿਸਕ ਨੂੰ ਕਲਾਸੀਫਾਈ ਕਰਨ ਦੇ ਉੱਤੇ ਵੀ ਫੋਕਸ ਕੀਤਾ ਜਾ ਰਿਹਾ ਕਿ ਉਹਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ। ਪਹਿਲਾ ਜਿਹੜਾ ਮੈਂਡੇਟ ਸੀਗਾ ਉਹਨਾਂ ਨੂੰ ਅਲਾਓ ਕਰਦਾ ਸੀ ਜਿਹੜੇ ਫੁੱਲੀ ਵੈਕਸੀਨੇਟਡ ਨੇ, ਪ੍ਰੂਫ ਆਫ ਵੈਕਸੀਨੇਸ਼ਨ ਜਾਂ ਨੈਗੇਟਿਵ ਟੈਸਟ ਦਾ ਪ੍ਰੂਫ 3 ਦਿਨ ਟਰੈਵਲ ਦੇ ਅੰਦਰ ਦਿਖਾ ਸਕਦੇ ਆ ਜਿਹੜੇ ਅਨਵੈਕਸੀਨੇਟਡ ਨੇ, ਅਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਅਲਾਓ ਕੀਤਾ ਗਿਆ ਸੀ। ਨਵੰਬਰ ਦੇ ਵਿੱਚ ਜਿਹੜਾ ਇੱਕ ਬੜਾ ਹਾਈਲੀ ਟਰਾਂਸਮਿਸਿਬਲ ਓਮੀਕਰੋਨ ਜਿਹੜਾ ਸੀਗਾ ਵਾਇਰਸ ਦਾ ਇਹ ਫਾਰਮ ਇਹ ਸਾਹਮਣੇ ਆਈ ਸੀ। ਪੂਰੀ ਦੁਨੀਆ ਇੱਕ ਵਾਰੀ ਫਿਰ ਸੰਕਟ ਦੇ ਵਿੱਚ ਆ ਗਈ ਸੀ, ਅਤੇ ਫਿਰ ਸਾਰੇ ਟਰੈਵਲਰ ਨੂੰ ਕਿਹਾ ਸੀ ਕਿ ਤੁਹਾਡੇ ਜਿਹੜੇ ਵੈਕਸੀਨੇਸ਼ਨ ਸਟੇਟਸ ਕੋਈ ਵੀ ਹੋਵੇ ਤੁਹਾਨੂੰ ਟੈਸਟ ਕਰਨਾ ਪਊਗਾ। US ਨੂੰ ਟਰੈਵਲ ਕਰਨ ਵੇਲੇ ਨਾ ਏਅਰਲਾਈਨਸ ਦੇ ਉੱਤੇ ਟੂਰਿਜ਼ਮ ਗਰੁੱਪਸ ਨੇ ਇਹਦੇ ਮਾਮਲੇ ਦੇ ਵਿੱਚ ਆਪਣੀ ਰਾਏ ਦਿੱਤੀ ਸੀ ਕਿ ਟੈਸਟਿੰਗ ਰਿਕੁਆਇਰਮੈਂਟ ਜਿਹੜੀ ਉਹਨੂੰ ਐਲੀਮੀਨੇਟ ਕੀਤਾ ਜਾਵੇ। ਇਹ ਲੋਕਾਂ ਨੂੰ ਡਿਸਕਰੇਜ ਕਰਦੀ ਹੈ ਇੰਟਰਨੈਸ਼ਨਲ ਟ੍ਰਿਪਸ ਦੇ ਲਈ। ਲੋਕ ਜਾਣਾ ਚਾਹੁੰਦੇ ਆ, ਪਰ ਪਾਬੰਦੀਆਂ ਇੰਨੀਆਂ ਜ਼ਿਆਦਾ ਆ ਕਿ ਲੋਕ ਇਹਦੇ ਨਾਲ ਡਿਸਕਰੇਜ ਹੋ ਜਾਂਦੇ ਆ। ਬਹੁਤ ਸਾਰੇ ਦੇਸ਼ਾਂ ਨੇ ਆਪਣੀਆਂ ਰਿਕੁਆਇਰਮੈਂਟ ਇਸ ਮਾਮਲੇ ਦੇ ਵਿੱਚ ਫੁੱਲੀ ਵੈਕਸੀਨੇਟਡ ਲੋਕਾਂ ਤੋਂ, ਜਿਹੜੇ ਬੂਸਟਡ ਟਰੈਵਲਰ ਨੇ ਉਹਨਾਂ ਕੋਲੋਂ ਚੱਕ ਰਹੀਆਂ ਸੀ, ਤਾਂ ਕਿ ਜਿਹੜਾ ਟੂਰਿਜ਼ਮ ਆ ਉਹ ਥੋੜ੍ਹਾ ਵਧੇ। ਫਰਵਰੀ ਦੇ ਵਿੱਚ ਇਹਨਾਂ ਗਰੁੱਪਾਂ ਨੇ ਆਪਣਾ ਦਲੀਲ ਦਿੱਤੀ ਸੀ, ਆਪਣਾ ਲੌਜਿਕ ਦਿੱਤਾ ਸੀ ਕਿ ਟੈਸਟਿੰਗ ਰਿਕੁਆਇਰਮੈਂਟ ਜਿਹੜੇ ਓਮੀਕਰੋਨ ਕੇਸਿਸ ਜਿਹੜਾ ਕਿ ਪਹਿਲਾਂ ਸਾਰੀਆਂ ਸਟੇਟਾਂ ਦੇ ਵਿੱਚ ਹੋ ਚੁੱਕਾ, ਉਹਦੇ ਕਰਕੇ ਆ। ਕੈਨੇਡਾ ਨੇ ਅਪ੍ਰੈਲ ਦੇ ਵਿੱਚ ਪ੍ਰੀ ਐਂਟਰੀ ਟੈਸਟ ਜਿਹੜਾ ਉਹ ਡਰੋਪ ਕਰ ਦਿੱਤਾ ਸੀ, ਅਤੇ ਇੰਟਰਨੈਸ਼ਨਲ ਏਅਰ ਟਰੈਵਲਰ ਤੋਂ 1 ਅਪ੍ਰੈਲ ਨੂੰ ਇਹ ਸਾਰਾ ਕੁਛ ਕੀਤਾ ਗਿਆ ਸੀ। ਅਤੇ ਹੁਣ ਜਿਹੜੀਆਂ ਅਗਲੀਆਂ ਬਹੁਤ ਸਾਰੀਆਂ ਇਹਦੀਆਂ ਰਿਸਟ੍ਰਿਕਸ਼ਨਸ ਨੇ ਉਹਨਾਂ ਨੂੰ ਹੌਲੀ ਕਰਕੇ ਹਟਾਇਆ ਜਾ ਰਿਹਾ,
ਕਿਉਂਕਿ ਮੰਨਿਆ ਜਾ ਰਿਹਾ ਕਿ ਜਾਂ ਤਾਂ ਲੋਕਾਂ ਦੀ ਵੈਕਸੀਨ ਲੱਗ ਚੁੱਕੀ ਹੈ ਜਾਂ ਲੋਕਾਂ ਨੂੰ ਕੋਵਿਡ ਹੋ ਚੁੱਕਾ, ਤੇ ਹੁਣ ਜਿਹਨੂੰ ਹਰਡ ਇਮਿਊਨਿਟੀ ਕਹਿੰਦੇ ਸੀ ਵੀ ਜਿੰਨੀ ਬਣਨੀ ਸੀ ਉਹ ਬਣ ਚੁੱਕੀ ਆ। ਜਿਹੜੇ ਨਵੇਂ ਵੇਰੀਐਂਟ ਆ ਜਿਨ੍ਹਾਂ ਦੇ ਉੱਤੇ ਕੋਈ ਮਤਲਬ ਉਹ ਖਤਰਨਾਕ ਨੇ, ਤਾਂ ਉਹਨਾਂ ਦੇ ਉੱਤੇ ਵੈਕਸੀਨ ਵੀ ਅਸਰ ਨਹੀਂ ਕਰ ਰਹੀ। ਸੋ ਦੋਵੇਂ ਗੱਲਾਂ ਨੇ ਕਿ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਹੁਣ ਜਦੋਂ ਸਾਰਾ ਕੁਝ ਖਤਮ ਹੋ ਗਿਆ, ਇੱਕ ਨਾਰਮਲ ਫਲੂ ਬਣ ਕੇ ਰਹਿ ਗਿਆ, ਤਾਂ ਲੋੜ ਆ ਕੇ ਸਾਰੀਆਂ ਰਿਸਟ੍ਰਿਕਸ਼ਨਸ ਚੱਕ ਦਿੱਤੀਆਂ ਜਾਣ, ਤੇ ਇੱਕ ਇੱਕ ਕਰਕੇ ਸਾਰੀਆਂ ਰਿਸਟ੍ਰਿਕਸ਼ਨਸ ਚੱਕੀਆਂ ਜਾ ਰਹੀਆਂ। ਅਲਬਰਟਾ ਹੈਲਥ ਸਰਵਿਸਿਜ਼ ਕਹਿ ਰਹੀ ਆ ਕਿ ਇੱਕ ਸੈਕਿੰਡ ਇੰਡੀਪੈਂਡੈਂਟ ਰਿਵਿਊ ਹੋਊਗਾ ਕਿ ਇੱਕ 86 ਸਾਲਾ ਔਰਤ ਜਿਹਨੂੰ ਇੱਕ ਡੌਗ ਨੇ ਅਟੈਕ ਕੀਤਾ ਸੀ, ਉੱਥੇ ਐਂਬੂਲੈਂਸ ਨੂੰ ਪਹੁੰਚਣ ਦੇ ਵਿੱਚ 30 ਮਿੰਟ ਕਿਉਂ ਲੱਗੇ। ਐਂਬੂਲੈਂਸ ਪਹੁੰਚਣ ਦੇ ਵਿੱਚ ਕੁਝ ਮਿੰਟਾਂ ਦਾ ਸਮਾਂ ਲੱਗਣਾ ਚਾਹੀਦਾ ਜਦੋਂ ਉਹਨੂੰ ਕਾਲ ਕੀਤੀ ਗਈ ਆ। ਇਹ ਲਗਾਤਾਰ ਪਿਛਲੇ ਦਿਨਾਂ ਤੋਂ ਖਬਰ ਸਾਡੇ ਸਾਹਮਣੇ ਆ ਰਹੀ ਆ, ਰੋਜ਼ ਅਸੀਂ ਲਗਭਗ ਇਹ ਖਬਰ ਸਾਂਝੀ ਕਰਦੇ ਹਾਂ। ਤਾਂ ਅੱਜ ਇਸ ਖਬਰ ਦੀ ਅਪਡੇਟ ਇਹ ਦੱਸੀ ਆ ਕਿ ਇੰਡੀਪੈਂਡੈਂਟ ਰਿਵਿਊ ਇਸ ਮਾਮਲੇ ਦਾ ਕੀਤਾ ਜਾ ਰਿਹਾ ਕਿ ਆਖਰ ਇਹ ਹੋਇਆ ਕਿਉਂ। ਇੱਕ ਔਰਤ ਦੀ ਜਾਨ ਚਲੀ ਗਈ ਤੇ ਐਂਬੂਲੈਂਸ ਉੱਥੇ ਪਹੁੰਚੀ ਨਹੀਂ। ਪੁਲਿਸ ਤੇ ਪੈਰਾਮੈਡਿਕਸ ਜਿਹੜੇ ਨੇ ਉਹਨਾਂ ਨੇ ਇਹ ਐਤਵਾਰ ਨੂੰ, ਜਿਹੜਾ ਬੀਤਾ ਐਤਵਾਰ ਆ, ਉਸ ਦਿਨ ਦੀ ਇਹ ਘਟਨਾ ਸੀ ਕੈਲਗਰੀ ਦੀ, ਕੈਪੀਟਲ ਹਿੱਲ ਨੇਬਰਹੁੱਡ ਦੇ ਵਿੱਚ। ਉਹ ਕਹਿੰਦੇ ਵੀ ਇੱਕ ਔਰਤ ਉੱਥੇ ਜ਼ਖਮੀ ਸੀਗੀ, ਬੈਟੀ ਐਨ ਵਿਲੀਅਮਸ, ਤੇ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਤੇ ਉੱਥੇ ਜਾ ਕੇ ਉਹਦੀ ਮੌਤ ਹੋ ਗਈ। ਅਲਬਰਟਾ ਹੈਲਥ ਸਰਵਿਸਿਜ਼ ਦੇ CEO ਨੇ ਦੱਸਿਆ ਕਿ ਉਹ ਬੜੀ ਇੱਕ ਦੁਖਾਂਤਕ ਮੌਤ ਸੀਗੀ। ਉਹ ਕਹਿੰਦੇ ਸਾਨੂੰ ਇਸ ਗੱਲ, ਅਲਬਰਟਾ ਹੈਲਥ ਸਰਵਿਸਿਜ਼ ਇਹ ਕਹਿ ਰਿਹਾ ਕਿ ਅਸੀਂ ਇਸ ਗੱਲ ਤੋਂ ਅਵੇਅਰ ਹਾਂ, ਸਾਨੂੰ ਇਸ ਗੱਲ ਦੀ ਜਾਣਕਾਰੀ ਆ ਕਿ ਜਿਹੜਾ ਕੰਸਰਨ ਉਹਨਾਂ ਦਾ ਹੈਗਾ ਕਿ ਜਿੰਨਾ ਟਾਈਮ ਐਂਬੂਲੈਂਸ ਨੂੰ ਉਸ ਸੀਨ ਦੇ ਉੱਤੇ ਪਹੁੰਚਣ ਨੂੰ ਲੱਗਿਆ ਕਿ ਸਾਡੇ ਲਈ ਬਹੁਤ ਜ਼ਿਆਦਾ ਇੱਕ ਸੀਰੀਅਸ ਕੰਸਰਨ ਆ। ਕੱਲ੍ਹ ਵੀਰਵਾਰ ਨੂੰ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ। ਅਲਬਰਟਾ ਹੈਲਥ ਸਰਵਿਸਿਜ਼ ਜਿਹੜਾ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੂੰ ਰਨ ਕਰਦਾ, ਜਿਹਦੇ ਅੰਡਰ ਇਹ ਸਾਰਾ ਕੁਝ ਚੱਲਦਾ ਆ, ਉਹਨਾਂ ਨੇ ਇਸ ਹਫ਼ਤੇ ਸ਼ੁਰੂ ਦੇ ਵਿੱਚ ਜਿਹੜੀ ਗੱਲ ਕਹੀ ਸੀ, ਜਿਹੜੀ ਤੁਹਾਡੇ ਨਾਲ ਉਦੋਂ ਵੀ ਅਸੀਂ ਸਾਂਝੀ ਕੀਤੀ ਸੀ, ਕਿ ਜਿਹੜਾ ਇੰਟਰਨਲ ਰਿਵਿਊ ਕੀਤਾ ਗਿਆ ਤੇ ਰਿਸਪੌਂਸ ਟਾਈਮ ਇਨੀਸ਼ੀਅਲ ਕਾਲ ਦਾ ਜਿਹੜਾ ਅਪਰੋਪਰੀਏਟ ਸੀਗਾ ਤੇ ਪ੍ਰੋਪਰ ਪ੍ਰੋਟੋਕੋਲ ਜਿਹੜੇ ਆ ਉਹਨੂੰ ਫੋਲੋ ਕੀਤਾ ਗਿਆ ਸੀ। ਭਾਵ ਸਿਸਟਮ ਦੇ ਵਿੱਚ ਕਿਤੇ ਕੋਈ ਗਲਤੀ ਨਹੀਂ ਸੀ। ਕੈਪੀਟਲ ਹਿੱਲ ਇਲਾਕੇ ਦੇ ਵਿੱਚ ਇੱਕ 86 ਸਾਲਾ ਔਰਤ ਦੇ ਉੱਤੇ ਪਿਟਬੁਲ ਡੌਗ ਅਟੈਕ ਕਰ ਦਿੰਦਾ, ਜ਼ਖਮੀ ਕਰ ਦਿੰਦਾ। ਕਾਲ ਕੀਤੀ ਜਾਂਦੀ ਹੈ, ਕਾਲ ਤੋਂ ਲੈ ਕੇ ਉੱਥੇ ਪਹੁੰਚਣ ਤੱਕ ਅੱਧਾ ਘੰਟਾ ਐਂਬੂਲੈਂਸ ਨੂੰ ਲੱਗ ਜਾਂਦਾ। ਤੇ ਅਲਬਰਟਾ ਹੈਲਥ ਸਰਵਿਸ ਕਹਿੰਦਾ ਵੀ ਅਸੀਂ ਜੋ ਕਰਨਾ ਸੀ ਉਹੀ ਕੀਤਾ। ਭਾਵ ਉਹਨਾਂ ਦਾ ਪ੍ਰੋਟੋਕੋਲ ਜਿਹੜਾ ਜਿਸ ਤਰੀਕੇ ਦੇ ਨਾਲ ਸੀਗਾ ਉਸੇ ਤਰ੍ਹਾਂ ਫੋਲੋ ਕੀਤਾ ਗਿਆ। ਕਾਰਨ ਕੀ ਦੱਸਿਆ ਜਾ ਰਿਹਾ ਸੀ ਕਿ ਜਿਹੜੀ ਇਨਫੋਰਮੇਸ਼ਨ ਇਨੀਸ਼ੀਅਲ ਕਾਲ ਵੇਲੇ ਉਹਨਾਂ ਨੂੰ ਮਿਲੀ ਆ, ਉਹਦੇ ਤਹਿਤ EMS ਨੇ ਇਹਨੂੰ ਕਲਾਸੀਫਾਈ ਕੀਤਾ ਕਿ ਜਿਹੜਾ ਕੁੱਤੇ ਦਾ ਕੱਟਣਾ ਸੀ, ਡੌਗ ਦੀ ਬਾਈਟ ਸੀਗੀ, ਇਹ ਲਾਈਫ ਥ੍ਰੈਟਨਿੰਗ ਨਹੀਂ ਆ, ਵੀ ਜ਼ਖਮੀ ਹੋਈ ਆ ਪਰ ਇਹ ਲਾਈਫ ਥ੍ਰੈਟਨਿੰਗ ਨਹੀਂ, ਇਹਦੇ ਨਾਲ ਜਾਨ ਨਹੀਂ ਜਾ ਸਕਦੀ। ਉਸ ਵੇਲੇ ਫਿਰ ਐਡੀਸ਼ਨਲ ਇੱਕ ਹੋਰ ਕਾਲ ਆਉਂਦੀ ਆ ਜਿਹੜੀ ਡਿਟੇਲ ਦੱਸਦੀ ਆ ਕਿ ਇਹ ਸਧਾਰਨ ਕੁੱਤੇ ਨੇ ਕਿਸੇ ਨੂੰ ਮਤਲਬ ਵੱਢਿਆ ਨਹੀਂ ਹੈ, ਇਹ ਤਾਂ ਬਹੁਤ ਜ਼ਿਆਦਾ ਜ਼ਖਮੀ ਕਰ ਦਿੱਤਾ ਉਹਨੇ ਔਰਤ ਨੂੰ। ਇਹ ਦੂਜੀ ਕਾਲ ਤੋਂ ਬਾਅਦ ਗੱਲ ਕਲੀਅਰ ਹੁੰਦੀ ਆ। ਹੁਣ ਇਹ ਕਿੰਨਾ ਜ਼ਿਆਦਾ ਸਵੀਅਰ ਸੀਗਾ ਇਹ ਕਹਿੰਦੇ ਗੱਲ ਦੂਜੀ ਕਾਲ ਤੋਂ ਪਤਾ ਲੱਗਦਾ ਹੈ, ਤੇ ਉਹਦੇ ਤੋਂ ਬਾਅਦ ਫਿਰ ਅਸੀਂ ਕੁਐਸਚਨ ਕਰਦੇ ਹਾਂ ਤੇ ਫਿਰ ਜਿਹੜੀ ਆ ਉੱਥੇ ਐਂਬੂਲੈਂਸ ਜਾਂਦੀ ਹੈ। ਤੇ ਇਹ ਕਹਿੰਦੇ ਹੁਣ ਪਰ ਫਿਰ ਵੀ ਬਾਵਜੂਦ ਇਹਦੇ ਕਿ ਉਹਨੂੰ ਨੌਨ ਲਾਈਫ ਥ੍ਰੈਟਨਿੰਗ ਕੈਟਾਗਰੀ ਦੇ ਵਿੱਚ ਕਿਉਂ ਪਾਇਆ ਗਿਆ, ਉਹਨਾਂ ਨੇ ਇਹਦਾ ਰਿਵਿਊ ਕੀਤਾ ਜਾਊਗਾ ਤੇ ਇਸ ਰਿਵਿਊ ਦੇ ਵਿੱਚ ਜਿਹੜਾ ਵੀ ਜ਼ਿੰਮੇਵਾਰ ਹੋਇਆ ਉਹਦੇ ਉੱਤੇ ਕਾਰਵਾਈ ਕੀਤੀ ਜਾਣੀ ਹੈ। ਇੱਥੇ ਇਹ ਵੀ ਗੱਲ ਜਿਹੜੀ ਸਮਝਣ ਵਾਲੀ ਆ ਕਿ ਅਲਬਰਟਾ ਹੈਲਥ ਸਰਵਿਸ ਦੇ ਸਪੋਕਸਪਰਸਨ ਨੇ ਕੈਰੀ ਵਿਲੀਅਮਸਨ, ਉਹਨਾਂ ਨੇ ਇਹ ਗੱਲ ਕਨਫਰਮ ਕੀਤੀ ਆ ਕਿ ਇਨਸੀਡੈਂਟ ਦੇ ਟਾਈਮ ਦੇ ਵੇਲੇ ਜਦੋਂ ਇਹ ਇਨਸੀਡੈਂਟ ਵਾਪਰਦਾ ਆ ਉਸ ਵੇਲੇ ਕੈਲਗਰੀ ਰੈੱਡ ਅਲਰਟ ਦੇ ਉੱਤੇ ਸੀ। ਹੁਣ ਰੈੱਡ ਅਲਰਟ ਦਾ ਮਤਲਬ ਕੀ ਆ? ਇੱਕ ਘਟਨਾ ਵਾਪਰ ਗਈ, ਕਾਲ ਕੀਤੀ, ਐਂਬੂਲੈਂਸ ਦੇਰੀ ਨਾਲ ਹੋਈ, ਉਹ ਕਹਿੰਦੇ ਇਹਨੂੰ ਕੈਟਾਗਰੀ ਹੋਰ ਚ ਪਾ ਦਿੱਤਾ, ਇਸ ਕਰਕੇ ਸਾਨੂੰ ਲੱਗਿਆ ਕਿ ਜ਼ਿਆਦਾ ਸੀਰੀਅਸ ਨਹੀਂ, ਅਸੀਂ ਨਹੀਂ ਆਏ। ਪਰ ਸਵਾਲ ਇਹ ਉੱਠਦਾ, ਰਿਵਿਊ ਕਿਸ ਗੱਲ ਹੀ ਹੋ ਰਿਹਾ ਕਿ ਦੂਜੇ ਪਾਸੇ ਬਿਲਕੁਲ ਇਹਦੇ ਨਾਲ ਦੇ ਸਮੇਂ ਦੇ ਉੱਤੇ ਉਸ ਵੇਲੇ ਕੈਲਗਰੀ ਦੇ ਵਿੱਚ ਰੈੱਡ ਅਲਰਟ ਆ। ਰੈੱਡ ਅਲਰਟ ਦਾ ਮਤਲਬ ਇਹ ਆ ਕਿ ਉਸ ਵੇਲੇ ਕੋਈ ਵੀ ਐਂਬੂਲੈਂਸ ਅਵੇਲੇਬਲ ਨਹੀਂ ਆ, ਸਾਰੀਆਂ ਐਂਬੂਲੈਂਸ ਜਿੱਥੇ ਜਾਣੀਆਂ ਸੀ ਉੱਥੇ ਜਾ ਚੁੱਕੀਆਂ ਆ। ਮਤਲਬ ਇਹ ਆ ਕਿ ਜੇ ਉਹਨੂੰ ਲਾਈਫ ਥ੍ਰੈਟਨਿੰਗ ਜਾਂ ਨੌਨ ਲਾਈਫ ਥ੍ਰੈਟਨਿੰਗ ਕੈਟਾਗਰੀ ਦੇ ਵਿੱਚ ਵੀ ਪਾਇਆ ਜਾਂਦਾ ਤਾਂ ਐਂਬੂਲੈਂਸ ਕੋਈ ਵੀ ਉੱਥੇ ਅਵੇਲੇਬਲ ਨਹੀਂ ਆ। 18 ਐਂਬੂਲੈਂਸ ਸੀਗੀਆਂ ਜਿਹੜੀਆਂ ਵੇਟ ਕਰ ਰਹੀਆਂ ਸੀ ਆਫ ਬੋਰਡ ਪੇਸ਼ੈਂਟਸ ਨੂੰ, ਸਾਰੀਆਂ ਮੈਡੀਕਲ ਫੈਸਿਲਿਟੀਜ਼ ਦੇ ਉੱਤੇ ਵੀ ਕਿਸੇ ਤਰ੍ਹਾਂ ਸਾਡੇ ਕੋਲ ਪੇਸ਼ੈਂਟ ਆ ਇਹਨੂੰ ਅਸੀਂ ਅੰਦਰ ਭੇਜੀਏ, ਜਿਨ੍ਹਾਂ ਦੇ ਵਿੱਚ ਪੈਰਾਮੈਡਿਕਸ ਉਹ ਵੀ ਸੀਗੇ ਜਿਹੜੇ ਫੈਸਿਲਿਟੀ ਦੇ ਅੰਦਰ ਵੇਟ ਕਰ ਰਹੇ ਸੀ ਕਿਸੇ ਹਸਪੀਟਲ ਦੇ, ਕਿ ਇਹਨਾਂ ਨੂੰ ਟਰਾਂਸਫਰ ਕਰਨਾ ਇਹਨਾਂ ਸਾਰਿਆਂ ਨੂੰ। ਉਹਦੇ ਤੋਂ ਬਾਅਦ ਫਿਰ ਉਹਨਾਂ ਦੀ ਡਿਊਟੀ ਆ ਹਸਪੀਟਲ ਵਾਲਿਆਂ ਦੀ। ਹੁਣ 18 ਦੀਆਂ 18 ਐਂਬੂਲੈਂਸ ਉੱਥੇ ਬਿਜ਼ੀ ਆ, ਐਂਬੂਲੈਂਸ ਹੈ ਹੀ ਕੋਈ ਨਹੀਂ। ਕਿਸੇ ਨੂੰ ਕੋਈ ਸੀਰੀਅਸ ਹੋ ਜਾਏ ਚੀਜ਼ ਜਾਂ ਘੱਟ ਸੀਰੀਅਸ ਹੋ ਜਾਏ, ਐਂਬੂਲੈਂਸ ਤਾਂ ਪਹੁੰਚ ਹੀ ਨਹੀਂ ਸਕਦੀ। ਸਮੱਸਿਆ ਇੱਥੇ ਖੜੀ ਆ ਤੇ ਅਲਬਰਟਾ ਹੈਲਥ ਸਰਵਿਸਿਜ਼ ਇਹਦੇ ਲਈ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਕਰ ਰਿਹਾ ਕਿ ਸਾਨੂੰ ਹੋਰ ਐਂਬੂਲੈਂਸ ਚਾਹੀਦੀਆਂ, ਐਂਬੂਲੈਂਸ ਜਿਹੜੀਆਂ ਕਿੱਥੋਂ ਆਉਣਗੀਆਂ। ਜਿਹੜੀਆਂ ਦੂਜੀਆਂ ਐਂਬੂਲੈਂਸ ਸੀਗੀਆਂ ਕੈਲਗਰੀ ਜ਼ੋਨਸ ਦੇ ਵਿੱਚ,
ਉਹਨਾਂ ਸਾਰਿਆਂ ਨੂੰ ਈਵੈਂਟ ਅਸਾਈਨ ਕੀਤਾ ਗਿਆ ਸੀ। ਵਿਲੀਅਮਸਨ ਨੇ ਇਹ ਜਾਣਕਾਰੀ ਦਿੱਤੀ ਹੈ। ਹੁਣ ਇੰਡੀਪੈਂਡੈਂਟ ਰਿਵਿਊ ਜਿਹਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਇਹਨੂੰ ਕਹਿੰਦੇ 4 ਮਹੀਨੇ ਲੱਗਣਗੇ। ਕੁਛ ਜਿਹੜਾ ਇਸ ਪ੍ਰੋਵਿੰਸ ਦੇ ਬਾਹਰ ਹੋਊਗਾ ਤੇ ਜਿਹੜਾ ਇਸ EMS ਸਰਵਿਸਿਜ਼ ਡਿਸਪੈਚਿੰਗ ਦੇ ਨਾਲ 911 ਐਮਰਜੈਂਸੀ ਦੇ ਪ੍ਰੋਟੋਕੋਲ ਦੇ ਨਾਲ ਜਿਹਨੂੰ ਜਾਣਕਾਰੀ ਹੋਊਗੀ ਉਹ ਇਹਦਾ ਰਿਵਿਊ ਕਰੂਗਾ ਤੇ ਰਿਵਿਊ ਉਹਦੇ ਤੋਂ ਬਾਅਦ ਫਿਰ ਜਿਹੜੀ ਉਸ ਕਾਲ ਦੀ ਵੀ ਜਿਹੜੀ ਜਾਣਕਾਰੀ ਲਊਗਾ, ਖੋਜਬੀਨ ਕਰੂਗਾ ਜਿਹੜੀ ਉੱਥੇ ਆਈ ਆ। ਐਂਬੂਲੈਂਸ ਦੇ ਰਿਸਪੌਂਸ ਟਾਈਮ ਨੂੰ ਵੀ ਜਿਹੜੀ ਖੋਜਬੀਨ ਕੀਤੀ ਜਾਊਗੀ ਤੇ ਐਂਬੂਲੈਂਸ ਉਸ ਵੇਲੇ ਅਵੇਲੇਬਲ ਕਿਹੜੀ ਸੀ ਉਹਦੇ ਉੱਤੇ ਵੀ ਗੱਲਬਾਤ ਕੀਤੀ ਜਾਊਗੀ। ਫਿਰ ਉਹਦੇ ਤੋਂ ਬਾਅਦ ਪਤਾ ਲੱਗੂਗਾ ਕਿ ਇਹਦੇ ਵਿੱਚ ਇੱਕ ਔਰਤ ਦੀ, ਬਜ਼ੁਰਗ ਔਰਤ ਦੀ ਜਾਨ ਚਲੀ ਜਾਂਦੀ ਤੇ ਜ਼ਿੰਮੇਵਾਰ ਕੌਣ ਆ। ਪ੍ਰੀਮੀਅਰ ਜੇਸਨ ਕੈਨੀ ਨੇ ਕਿਹਾ ਵੀ 30 ਮਿੰਟ ਦਾ ਸਮਾਂ, ਅੱਧਾ ਘੰਟਾ ਐਂਬੂਲੈਂਸ ਦੀ ਉਡੀਕ ਕਰਨੀ ਕੋਈ ਐਡਿਕੁਏਟ ਨਹੀਂ ਆ। ਇਹਨੂੰ ਫਿਗਰ ਆਊਟ ਕਰਨਾ ਚਾਹੀਦਾ ਵੀ ਇਸ ਵੇਲੇ ਉੱਥੇ ਹੋਇਆ ਕੀ ਆ। ਉਹ ਕਹਿੰਦੇ ਸਾਨੂੰ ਇਹਦੀ ਤਹਿ ਤੱਕ ਜਾਣਾ ਚਾਹੀਦਾ ਕਿ ਐਗਜ਼ੈਕਟਲੀ ਗਲਤੀ ਕਿੱਥੇ ਹੋਈ ਆ। ਹੁਣ ਉੱਥੋਂ ਦੇ ਪ੍ਰੀਮੀਅਰ ਜੇਸਨ ਕੈਨੀ ਕਹਿ ਤਾਂ ਰਹੇ ਆ ਕਿ ਇਸ ਗੱਲ ਦੀ ਤਹਿ ਤੱਕ ਜਾ ਕੇ ਪਤਾ ਕਰੋ ਐਗਜ਼ੈਕਟਲੀ ਗਲਤੀ ਕਿੱਥੇ ਹੋਈ ਆ। ਗਲਤੀ ਤਾਂ ਸਾਰਿਆਂ ਨੂੰ ਦਿਸ ਰਹੀ ਆ ਕਿ ਜਿਹੜੀ ਕੈਲਗਰੀ ਦੇ ਵਿੱਚ ਉਸ ਵੇਲੇ ਰੈੱਡ ਅਲਰਟ ਆ। ਰੈੱਡ ਅਲਰਟ ਦਾ ਮਤਲਬ ਐਂਬੂਲੈਂਸ ਕੋਈ ਵੀ ਨਹੀਂ ਅਵੇਲੇਬਲ। ਤਾਂ ਹੁਣ ਕੁਦਰਤੀ ਤੌਰ ਦੇ ਉੱਤੇ ਐਂਬੂਲੈਂਸਿਸ ਇਹਦੇ ਲਈ ਜਾਂ ਸਟਾਫ ਹੋਰ ਚਾਹੀਦਾ ਆ। ਜਿਹੜੀ ਨਿਊਜ਼ ਕਾਨਫਰੰਸ ਦੇ ਵਿੱਚ ਹੈਲਥ ਮਿਨਿਸਟਰ ਜੇਸਨ ਕੋਪਿੰਗ ਨੇ ਵੀ ਇਹ ਗੱਲ ਐਡ ਕੀਤੀ ਸੀ ਕਿ ਹੈਲਥ ਏਜੰਸੀ ਨੂੰ ਹੁਣ ਇਸ ਇਨਵੈਸਟੀਗੇਸ਼ਨ ਦੇ ਵਿੱਚ ਕੁਛ ਹੋਰ ਜ਼ਿਆਦਾ ਕਰਨਾ ਪਊਗਾ ਕਿ ਅਲਬਰਟਾ ਵਾਸੀਆਂ ਨੂੰ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਕਿ ਕਿਸੇ ਵੀ ਔਖੇ ਸੌਖੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਇਹ ਜਿਹੜੀ ਐਂਬੂਲੈਂਸ ਆ ਅਵੇਲੇਬਲ ਹੋਊਗੀ। ਹੁਣ ਜਿਹੜੇ ਡੌਗ ਨੇ ਅਟੈਕ ਕੀਤਾ ਉਹਦੀ ਇਨਵੈਸਟੀਗੇਸ਼ਨ ਵੀ ਦੂਜੇ ਪਾਸੇ ਚੱਲ ਰਹੀ ਆ। ਪੁਲਿਸ ਕਹਿੰਦੀ ਵੀ ਉੱਥੇ 3 ਡੌਗ ਸੀਗੇ ਜਿਹੜੇ ਸਿਟੀ ਨੇ ਸੀਜ਼ ਕੀਤੇ ਆ। ਇਹ ਨਾਰਥ ਅਮਰੀਕਨ ਪਿਟਬੁਲ ਜਿਹੜੇ ਉਹਦੇ ਟੈਰੀਅਰ ਮਿਕਸ ਡੌਗ ਦੱਸੇ ਜਾ ਰਹੇ ਆ ਤੇ ਇਹ ਹੁਣ ਇਹ ਉਹਦੇ 'ਤੇ ਕ੍ਰਾਈਮ ਚਾਰਜਸ ਜਾਂ ਫਾਈਨ ਜਾਂ ਹੋਰ ਜਿਹੜਾ ਉਹਦੇ ਉੱਤੇ ਹੋ ਸਕਦਾ ਕਿ ਉਹਨਾਂ ਨੂੰ ਚਾਰਜਸ ਲੱਗ ਸਕਦੇ ਆ। ਇਹਦੀ ਖੋਜਬੀਨ ਚੱਲ ਰਹੀ ਆ। ਪਰ ਅਲਬਰਟਾ ਹੈਲਥ ਸਰਵਿਸਿਜ਼ ਦੇ ਇਸ ਰਿਸਪੌਂਸ ਦੇ ਉੱਤੇ ਇੱਕ ਇੰਡੀਪੈਂਡੈਂਟ ਰਿਵਿਊ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਪਰ ਆਸ ਇਹ ਕੀਤੀ ਜਾਂਦੀ ਹੈ ਕਿ ਇਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਵੱਡਾ ਫਾਇਦਾ ਲੋਕਾਂ ਨੂੰ ਹੋਊਗਾ ਤੇ ਜਿਹੜੇ ਐਂਬੂਲੈਂਸ ਦੀ ਉਡੀਕ ਕਰ ਰਹੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲੂਗੀ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਜੇ ਕੋਈ ਪਿਛਲੇ ਦਿਨਾਂ ਦੇ ਵਿੱਚ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਗਿਆ ਤਾਂ ਉਹਨੂੰ ਪਤਾ ਲੱਗ ਸਕਦਾ ਉੱਥੇ ਜਾ ਕੇ ਕਿ ਉੱਥੇ ਦਾ ਸੀਨ ਕੀ ਆ। ਲੋਕ ਖੜੇ ਆ, ਪੈਸੰਜਰ ਉੱਥੇ ਲਾਈਨਾਂ ਦੇ ਵਿੱਚ, ਲੰਬੀ ਲਾਈਨ ਅਪ ਆ, ਬੜੇ ਵੱਡੇ ਮੇਜਰ ਡਿਲੇਜ਼ ਹੋ ਰਹੇ ਆ। ਇਹਦਾ ਕਾਰਨ ਕੀ ਆ? ਇਹਦੇ ਬਾਰੇ ਹੁਣ ਸਵਾਲ ਉੱਠ ਰਹੇ ਆ ਕਿ ਕੀ ਵੈਕਸੀਨ ਮੈਂਡੇਟ ਇਹਦਾ ਕਾਰਨ ਆ? ਜਿੱਥੇ ਉਹ ਸਾਰਾ ਡਾਟਾ ਭਰਿਆ ਜਾਂਦਾ ਉਹ ਇਹਦਾ ਕਾਰਨ ਆ? ਵੀ ਵੈਕਸੀਨ ਦੀ ਕਿੰਨੀ ਕੁ ਇਫੈਕਟਿਵਨੈਸ ਆ ਕਿ ਜਿਹੜੀ ਇਸ ਓਮਿਕਰੋਨ ਕੋਵਿਡ-19 ਦੇ ਵੇਰੀਐਂਟ ਨੂੰ ਰੋਕਣ ਦੇ ਲਈ ਜਿਹੜੀ ਕਾਮਯਾਬ ਆ। ਤੇ ਦੂਜੇ ਪਾਸੇ ਵੈਕਸੀਨ ਮੈਂਡੇਟ ਬਾਕੀ ਥਾਵਾਂ ਦੇ ਉੱਤੋਂ ਜਦੋਂ ਚੱਕ ਲਿਆ ਗਿਆ, ਤੁਹਾਨੂੰ ਰੈਸਟੋਰੈਂਟ ਦੇ ਵਿੱਚ ਜਾਣ ਲੱਗੇ ਵੈਕਸੀਨ ਸਟੇਟਸ ਦਿਖਾਉਣ ਦੀ ਲੋੜ ਨਹੀਂ, ਤਾਂ ਏਅਰਪੋਰਟ ਦੇ ਉੱਤੇ ਲੋਕਾਂ ਦੀਆਂ ਫਲਾਈਟਾਂ ਕੈਂਸਲ ਕਿਉਂ ਕਰਵਾਈਆਂ ਜਾ ਰਹੀਆਂ? ਲਗਾਤਾਰ ਲੋਕਾਂ ਦੀਆਂ ਫਲਾਈਟਸ ਕੈਂਸਲ ਹੋ ਰਹੀਆਂ, ਲੋਕ ਉਡੀਕ ਕਰ ਰਹੇ ਆ, ਲੰਬਾ ਸਮਾਂ ਉੱਥੇ ਉਡੀਕ ਕਰਨੀ ਪੈ ਰਹੀ ਹੈ, ਟ੍ਰੈਫਿਕ ਆ, ਹੋਰ ਤਰ੍ਹਾਂ ਦੇ ਡਿਲੇਜ਼ ਨੇ। ਦੂਜੇ ਪਾਸੇ ਸਰਕਾਰ ਦੇ ਜਿਹੜੇ ਅਧਿਕਾਰੀ ਨੇ, ਗਵਰਨਮੈਂਟ ਅਫੀਸ਼ੀਅਲਸ ਨੇ, ਉਹ ਬਲੇਮ ਕਰ ਰਹੇ ਆ ਸਟਾਫ ਦੀ ਸ਼ਾਰਟੇਜ ਨੂੰ ਕਿ ਬੰਦੇ ਹੀ ਹੈ ਨਹੀਂ ਕੰਮ ਕਰਨ ਵਾਲੇ। ਤੁਹਾਨੂੰ ਯਾਦ ਹੋਊਗਾ ਥੋੜ੍ਹੇ ਦਿਨ ਪਹਿਲਾਂ ਟੋਰਾਂਟੋ ਪੀਅਰਸਨ ਏਅਰਪੋਰਟ ਤੋਂ ਇੱਕ ਫਲਾਈਟ ਅਮਰੀਕਾ ਨੂੰ ਜਾਣੀ ਸੀ ਤੇ ਫੀਨਿਕਸ ਨੂੰ ਸ਼ਾਇਦ ਜਾਣੀ ਸੀ ਉਹ ਫਲਾਈਟ, ਜਿਹਦੇ ਵਿੱਚ ਜਿਹੜੇ ਉਹਦੇ ਸਟਾਫ ਦੇ ਵਿੱਚ ਇੱਕ ਮੈਂਬਰ ਸੀ ਉਹ ਬਿਮਾਰ ਹੋ ਜਾਂਦੀ ਆ ਤੇ ਬਿਮਾਰ ਹੋਣ ਤੋਂ ਬਾਅਦ ਉਹਨੂੰ ਬਾਹਰ ਲੈ ਕੇ ਜਾਂਦੇ ਆ। ਫਿਰ ਜਿੰਨੇ ਚਿਰ ਪਹਿਲਾਂ ਕਹਿੰਦੇ ਠੀਕ ਹੋ ਗਈ, ਬਾਅਦ ਦੇ ਵਿੱਚ ਕਹਿੰਦੇ ਨਹੀਂ ਉਹ ਠੀਕ ਨਹੀਂ ਹੋਈ ਤੇ ਸਾਰੀ ਫਲਾਈਟ ਕੈਂਸਲ ਕਰ ਦਿੱਤੀ ਸੀ ਕਿਉਂਕਿ ਉਸ ਵੇਲੇ ਅਲਟਰਨੇਟ ਸਟਾਫ ਹੀ ਹੈ ਨਹੀਂ। ਜੇ ਇੱਕ ਮੈਂਬਰ ਵੀ ਸਟਾਫ ਦਾ ਬਿਮਾਰ ਹੋ ਗਿਆ ਤਾਂ ਉਹਦਾ ਬਦਲ ਉਹਨਾਂ ਦੇ ਕੋਲ ਉਸ ਵੇਲੇ ਹੈ ਨਹੀਂ ਤੇ 24 ਘੰਟੇ ਦੇ ਲਈ ਉਹ ਫਲਾਈਟ ਕੈਂਸਲ ਕੀਤੀ ਸੀ ਤੇ ਇੱਕ ਕੁੜੀ ਜਿਹੜਾ ਆਪਣਾ ਵਿਆਹ ਕਰਾਉਣ ਜਾ ਰਹੀ ਸੀ ਉਹ ਆਪਣੇ ਵਿਆਹ ਦੇ ਉੱਤੇ ਲੇਟ ਪਹੁੰਚੀ ਸੀ। ਹੁਣ ਸਰਕਾਰ ਦੇ ਅਧਿਕਾਰੀ ਸਿੱਧਾ ਦੋਸ਼ ਦੇ ਰਿਹਾ ਕਿ ਜਿਹੜੀ ਅਫੀਸ਼ੀਅਲਸ ਨੇ ਉਹ ਇਹਦੇ ਲਈ, ਜਿਹੜੇ ਸਟਾਫ ਸ਼ਾਰਟੇਜ ਆ ਉਹ ਇਹਦੇ ਲਈ ਜ਼ਿੰਮੇਵਾਰ ਆ ਕਿ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਕੋਵਿਡ ਰਿਲੇਟਡ ਜਿਹੜੇ ਬਾਰਡਰ ਰੈਸਟ੍ਰਿਕਸ਼ਨਸ ਦੇ ਉੱਤੇ ਵੀ ਬਲੇਮ ਕਰ ਰਹੇ ਆ ਕਿ ਦੇਰੀ ਦਾ ਮਤਲਬ ਇਹ ਆ ਕਿ ਜਿਹੜਾ ਉੱਥੇ ਸਟਾਫ ਆ ਉਹਨੂੰ ਹਦਾਇਤਾਂ ਹੀ ਇੰਨੀਆਂ ਜਾਰੀ ਕਰ ਦਿੱਤੀਆਂ ਗਈਆਂ ਕਿ ਉਹਨਾਂ ਨੂੰ ਚੈੱਕ ਕਰਦੇ ਇੰਨਾ ਸਮਾਂ ਲੱਗ ਜਾਂਦਾ ਕਿ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਤੇ ਲੋਕਾਂ ਦੀਆਂ ਫਲਾਈਟਸ ਰਹਿ ਜਾਂਦੀਆਂ। ਵੈਕਸੀਨੇਸ਼ਨ ਸਟੇਟਸ ਤੁਹਾਨੂੰ ਪ੍ਰੂਵ ਕਰਨਾ ਪਊਗਾ। ਐਪ ਜਿਹੜੀ ਆ ਉਹ ਕੈਨੇਡਾ 'ਚ ਐਂਟਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੇਖਣੀ ਪਊਗੀ। ਬਹੁਤ ਸਾਰੀਆਂ ਜਿਹੜੀਆਂ ਵੈਕਸੀਨਸ ਹੈਗੀਆਂ ਆ ਉਹਨਾਂ ਦੀ ਇਸ ਟਰਾਂਸਮਿਸ਼ਨ ਨੂੰ, ਵਾਇਰਸ ਨੂੰ ਰੋਕਣ ਦੀ ਜਿਹੜੀ ਐਬਿਲਿਟੀ ਆ ਉਹ ਵੀ ਬਦਲ ਗਈ ਆ। ਪਿਛਲੇ ਹਫ਼ਤੇ ਇੱਕ ਬਹੁਤ ਵੱਡੇ ਨਿਊਜ਼ਪੇਪਰ ਦੇ ਐਡੀਟੋਰੀਅਲ ਦੇ ਵਿੱਚ ਲਿਖਿਆ ਗਿਆ ਸੀ ਕਿ ਜਿਹੜੀ ਵੈਕਸੀਨ ਮੈਂਡੇਟ ਆ ਉਹ ਹੁਣ ਜ਼ਰੂਰੀ ਨਹੀਂ ਰਿਹਾ, ਕਿ ਉਹਦਾ ਕੋਈ ਮਤਲਬ ਨਹੀਂ ਰਿਹਾ ਕਿ ਵੀ ਹੁਣ ਜਿਹੜਾ ਇਹ ਫੈਲਣਾ ਸੀ ਫੈਲ ਚੁੱਕਿਆ ਆ, ਹੁਣ ਲੋਕਾਂ ਨੂੰ ਬੇਵਜ੍ਹਾ ਦੇਰੀ
ਨਾ ਕੀਤੀ ਜਾਵੇ। ਉਹ ਕਹਿੰਦੇ ਸੀ ਉਸ ਦੁਨੀਆ ਦੇ ਵਿੱਚ ਰਹਿੰਦੇ ਹਾਂ ਜਿੱਥੇ ਬਹੁਤ ਸਾਰੇ ਲੋਕ ਜਾਂ ਉਹਨਾਂ ਨੂੰ ਵੈਕਸੀਨ ਲੱਗ ਗਈ ਹੈ, ਜਾਂ ਉਹਨਾਂ ਨੂੰ ਕੋਵਿਡ ਹੋ ਗਿਆ ਹੈ, ਜਾਂ ਜਿਹੜੇ ਹੋ ਗਏ ਬਹੁਤ ਥੋੜ੍ਹੇ ਲੋਕ ਆ ਜਿਹੜੇ ਇਸ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ। ਅਤੇ ਸਾਨੂੰ ਇਹ ਦੇਖਣਾ ਪਊਗਾ ਕਿ ਅਸੀਂ ਜਿਹੜੇ ਲੋਕ ਨੇ ਉਹ ਫਲਾਈਟ ਦੇ ਉੱਤੇ ਜਾ ਸਕਣ। ਕੋਈ ਵੀ ਜਿਹੜਾ ਐਡਾ ਰਿਸਕ ਇਹਦੇ ਵਿੱਚ ਨਹੀਂ ਹੈ। ਜਾਂ ਸਟਾਫ ਲਿਆਉਣਾ ਚਾਹੀਦਾ, ਜਾਂ ਇਹਨਾਂ ਪਾਬੰਦੀਆਂ ਨੂੰ ਘੱਟ ਕਰਨਾ ਚਾਹੀਦਾ, ਜਾਂ ਪ੍ਰੂਫ ਆਫ ਵੈਕਸੀਨੇਸ਼ਨ ਸਰਟੀਫਿਕੇਟ ਜਿਹੜਾ ਪਬਲਿਕ ਪਲੇਸਿਸ ਦੇ ਉੱਤੋਂ ਚੱਕ ਦਿੱਤਾ ਗਿਆ ਸਾਰੇ ਪ੍ਰੋਵਿੰਸਿਸ ਕੈਨੇਡਾ ਦੇ ਵਿੱਚ, ਤੇ ਉਹ ਇੱਥੋਂ ਵੀ ਚੱਕ ਦੇਣਾ ਚਾਹੀਦਾ। ਨੋਰਮਲ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਫਲਾਈਟਸ ਜਾਂਦੀਆਂ ਜਦੋਂ ਇਹਦੇ ਤੋਂ ਪੈਂਡੈਮਿਕ ਤੋਂ ਪਹਿਲਾਂ ਜਾਂਦੀਆਂ ਸੀ, ਉਸੇ ਤਰੀਕੇ ਦੇ ਨਾਲ ਇਹ ਜਾਣੀਆਂ ਚਾਹੀਦੀਆਂ ਆ, ਤਾਂ ਬਚਾਅ ਹੋ ਸਕਦਾ। ਨਹੀਂ ਤਾਂ ਕੈਨੇਡਾ ਦੇ ਸਾਰੇ ਏਅਰਪੋਰਟ, ਪਰ ਖਾਸ ਕਰ ਜਿਹੜਾ ਟੋਰਾਂਟੋ ਦਾ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਆ, ਉਹਦੇ ਉੱਤੇ ਬਹੁਤ ਲਾਈਨਾਂ ਲੋਕਾਂ ਦੀਆਂ ਲੱਗੀਆਂ ਨਜ਼ਰ ਆ ਰਹੀਆਂ ਨੇ, ਅਤੇ ਹਾਲੇ ਦਾ ਕੋਈ ਵੀ ਅਜੇ ਨਜ਼ਰ ਨਹੀਂ ਆ ਰਿਹਾ। ਪੋਲਿਊਸ਼ਨ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦਾ, ਅਤੇ ਹੁਣ ਸਾਇੰਟਿਸਟ ਉਹਨਾਂ ਨੂੰ ਇੱਕ ਬਹੁਤ ਗੰਭੀਰ ਪ੍ਰਦੂਸ਼ਣ ਦਾ ਪਤਾ ਲੱਗਿਆ ਆ। ਮਾਈਕਰੋ ਪਲਾਸਟਿਕ ਐਟਲਾਂਟਿਕ ਸਨੋ ਦੇ ਵਿੱਚੋਂ ਮਿਲੀ ਆ। ਹੁਣ ਬਿਲਕੁਲ ਇੱਕ ਅਰਥ ਦੇ ਪੋਲ ਦੇ ਉੱਤੇ ਸਿਰੇ ਦੇ ਜਾ ਕੇ ਉੱਥੋਂ ਦੀ ਬਰਫ਼ ਦੇ ਵਿੱਚੋਂ ਮਾਈਕਰੋ ਪਲਾਸਟਿਕ ਮਿਲਣੀ, ਜਿੱਥੇ ਆਸ ਹੀ ਨਹੀਂ ਕੋਈ ਹੋ ਸਕਦੀ। ਬਹੁਤ ਖਤਰਨਾਕ ਗੱਲ ਦੱਸੀ ਜਾ ਰਹੀ ਹੈ ਕਿ ਇਹਦਾ ਮਤਲਬ ਇਹ ਆ ਕਿ ਅਸੀਂ ਇਸ ਹੱਦ ਤੱਕ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਚੁੱਕੇ ਹਾਂ ਕਿ ਜਿਹੜੀ ਬਹੁਤ ਬਰੀਕ ਪਲਾਸਟਿਕ ਆ, ਪਲਾਸਟਿਕ ਬਾਰੇ ਤੁਸੀਂ ਜਾਣਦੇ ਹੋ ਕਿ ਹਜ਼ਾਰਾਂ ਸਾਲ ਇਹ ਧਰਤੀ ਦੇ ਵਿੱਚ ਜਾਂ ਜਿੱਥੇ ਕਿਤੇ ਪਾਣੀ ਦੇ ਵਿੱਚ, ਹਵਾ ਦੇ ਵਿੱਚ ਪਈ ਰਹੇ, ਖਤਮ ਨਹੀਂ ਹੁੰਦੀ। ਜਿੱਦਾਂ ਕੋਈ ਪੱਤੇ ਆ, ਕੋਈ ਕਾਗਜ਼ ਆ, ਉਹ ਗਲ ਜਾਂਦਾ ਥੋੜ੍ਹੀ ਚਿਰ ਬਾਅਦ, ਕੋਈ 1 ਦਿਨ ਬਾਅਦ, ਕੋਈ 2 ਦਿਨ ਬਾਅਦ, ਕੋਈ 6 ਮਹੀਨੇ ਬਾਅਦ। ਜਿਹੜੀ ਪਲਾਸਟਿਕ ਆ ਇਹ ਕਈ ਹਜ਼ਾਰਾਂ ਸਾਲ ਨਹੀਂ ਗਲਦੀ, ਅਤੇ ਬਿਲੀਅਨ ਆਫ ਟਨਸ ਦੇ ਵਿੱਚ ਪਲਾਸਟਿਕ ਇਸ ਵੇਲੇ ਦੁਨੀਆ ਦੇ ਵਿੱਚੋਂ ਬਾਹਰ ਨਿਕਲ ਰਹੀ ਹੈ। ਅੱਜ ਦੀ ਖੋਜ ਇਹ ਦੱਸਦੀ ਆ ਕਿ ਅੰਟਾਰਕਟਿਕ ਦੇ ਵਿੱਚ ਸਨੋ ਦੇ ਵਿੱਚ ਇਹ ਪਹਿਲੀ ਵਾਰ ਇਸ ਸਟੱਡੀ ਦੇ ਵਿੱਚੋਂ ਸਾਹਮਣੇ ਆਇਆ ਕਿ ਪਲਾਸਟਿਕ ਪੋਲਿਊਸ਼ਨ ਦੀ ਗਿਣਤੀ ਪੂਰੇ ਵਿਸ਼ਵ ਦੇ ਵਿੱਚ ਕਿੰਨੀ ਵੱਧ ਚੁੱਕੀ ਆ। ਯੂਨੀਵਰਸਿਟੀ ਆਫ ਕੈਂਟਬਰੀ ਨਿਊਜ਼ੀਲੈਂਡ ਦੇ ਵਿੱਚ ਇੱਕ ਸਨੋ ਸੈਂਪਲ ਕਲੈਕਟ ਕੀਤਾ ਉਹਨਾਂ ਨੇ 19 ਥਾਵਾਂ ਦੇ ਉੱਤੋਂ ਅੰਟਾਰਕਟਿਕਾ ਦੇ ਵਿੱਚੋਂ, ਜਿਹਦੇ ਵਿੱਚ ਬਹੁਤ ਛੋਟੇ ਛੋਟੇ ਪਲਾਸਟਿਕ ਦੇ ਤੱਤ, ਪਲਾਸਟਿਕ ਦੇ ਪਾਰਟੀਕਲ ਮਿਲੇ ਆ। ਜਿਹੜਾ ਨਵਾਂ ਪੀਅਰ ਰਿਵਿਊ ਕੀਤਾ ਗਿਆ ਪੇਪਰ ਪਬਲਿਸ਼ ਹੋਇਆ ਇਸ ਹਫ਼ਤੇ ਜਿਹੜੀ ਜਰਨਲ ਕ੍ਰਾਇਓਸਫੀਅਰ ਦੇ ਵਿੱਚ, ਜਰਨਲ ਕ੍ਰਾਇਓਸਫੀਅਰ ਦੇ ਵਿੱਚ ਇਹ ਖੋਜ ਜਿਹੜੀ ਪਬਲਿਸ਼ ਕੀਤੀ ਗਈ ਆ। ਅਤੇ ਇਸ ਰਿਸਰਚਸ ਦੇ ਵਿੱਚੋਂ ਇਹ ਗੱਲਬਾਤ ਸਾਹਮਣੇ ਆਈ ਆ ਕਿ ਐਵਰੇਜ 29 ਮਾਈਕਰੋ ਪਲਾਸਟਿਕ ਪਾਰਟੀਕਲ 1 ਲੀਟਰ ਮੈਲਟਡ ਸਨੋ ਦੇ ਵਿੱਚ ਪਏ ਆ। ਕਿ ਉੱਥੋਂ ਲੈ ਕੇ ਸਨੋ ਨੂੰ ਮੈਲਟ ਕਰ ਲਿਆ ਜਾਵੇ ਤਾਂ ਜਿਹੜੀ 1 ਲੀਟਰ ਮੈਲਟ ਹੁੰਦੀ ਸਨੋ ਦੇ ਵਿੱਚ 29 ਮਾਈਕਰੋ ਪਲਾਸਟਿਕ ਪਾਰਟੀਕਲ ਪਏ ਆ। 13 ਟਾਈਪ ਦੀ ਪਲਾਸਟਿਕ ਇਹਦੇ ਵਿੱਚ ਆ, ਔਰ 13 ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਕਾਮਨ ਪਲਾਸਟਿਕ ਆ ਪੋਲੀਐਥਾਈਲੀਨ ਟੈਰਾਫਥੈਲੇਟ, PET ਨੂੰ ਕਹਿੰਦੇ ਆ, ਪੋਲੀਐਥਾਈਲੀਨ ਪੈਰਾਥੈਲੇਟ। ਇਹ ਪਲਾਸਟਿਕ ਸਭ ਤੋਂ ਜ਼ਿਆਦਾ ਪਾਈ ਜਾ ਰਹੀ ਆ, ਔਰ ਇਹ ਪਲਾਸਟਿਕ ਪੈਦਾ ਉਦੋਂ ਹੁੰਦੀ ਆ ਜਦੋਂ ਕੱਪੜੇ ਬਣਦੇ ਆ। ਬਹੁਤ ਸਾਰੇ ਕੱਪੜੇ ਜਾਂ ਜਿਹੜੀਆਂ ਸੋਡਾ ਬੋਟਲ ਬਣਦੀਆਂ, ਇਹਨਾਂ ਦੇ ਵਿੱਚ ਇਹ ਪਲਾਸਟਿਕ ਦੀ ਯੂਜੇਜ ਹੁੰਦੀ ਆ। ਅਤੇ ਉਹਦੇ ਤੋਂ ਬਾਅਦ ਜਦੋਂ ਅਸੀਂ ਸਿੱਟ ਦਿੰਦੇ ਇਹਨਾਂ ਚੀਜ਼ਾਂ ਨੂੰ ਜਾਂ ਇਹਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਸ ਵੇਲੇ ਇਹ ਸਾਹਮਣੇ ਆਉਂਦੀ ਆ। ਇੱਕ PhD ਸਟੂਡੈਂਟ ਐਲੈਕਸ ਏਬਸ ਜਦੋਂ ਅੰਟਾਰਕਟਿਕਾ ਦੇ ਵਿੱਚ ਸੈਂਪਲ ਕਲੈਕਟ ਕਰਨ ਦੇ ਲਈ ਗਏ, ਤਾਂ ਉਹਨਾਂ ਨੂੰ ਆਸ ਸੀਗੀ ਵੀ ਇੱਥੇ ਅੰਟਾਰਕਟਿਕਾ ਦੇ ਵਿੱਚੋਂ ਨਹੀਂ ਇਹ ਪਲਾਸਟਿਕ ਮਿਲਣੀ, ਪਰ ਹੁਣ ਹੈਰਾਨੀ ਇਹ ਹੋ ਰਹੀ ਆ ਕਿ ਉਸ ਥਾਂ 'ਤੇ ਜਿੱਥੇ ਸੋਚਿਆ ਨਹੀਂ ਸੀ ਉੱਥੋਂ ਵੀ ਪਲਾਸਟਿਕ ਮਿਲ ਰਹੀ ਹੈ। ਇਹ ਪਲਾਸਟਿਕ ਦੇ ਪਾਰਟੀਕਲ ਕੋਈ ਇੱਦਾਂ ਨਹੀਂ ਕਿ ਬਹੁਤ ਵੱਡੀ ਪਲਾਸਟਿਕ ਪਈ ਆ, ਇਹ ਪਲਾਸਟਿਕ ਦੇ ਪਾਰਟੀਕਲ ਬਹੁਤ ਬਰੀਕ ਨੇ, ਜਿਹੜੇ ਨੰਗੀ ਅੱਖ ਦੇ ਨਾਲ ਵੀ ਨਜ਼ਰ ਨਹੀਂ ਆਉਂਦੇ। ਔਰ ਇੱਥੇ ਤੱਕ ਕਿਹਾ ਜਾ ਰਿਹਾ ਕਿ ਏਅਰ ਬੋਰਨਿੰਗ ਮਾਈਕਰੋ ਪਲਾਸਟਿਕਸ ਵੀ ਹੈਗੇ ਆ, ਵੀ ਜਿਹੜੀ ਹਵਾ ਦੇ ਵਿੱਚ ਵੀ ਫੈਲ ਰਹੀ ਆ, ਅਤੇ ਜਿਹੜੀ ਸਾਨੂੰ ਦਿਸ ਨਹੀਂ ਰਹੀ ਹੈ ਪਲਾਸਟਿਕ ਇੰਨੀ ਜ਼ਿਆਦਾ ਹੋ ਗਈ ਆ। ਜਿਹੜੀ ਮਾਈਨਸਕੂਲੇਟ ਪਲਾਸਟਿਕ ਪਾਰਟੀਕਲਸ ਆ, ਉਹ ਇਸ ਆਰਟੀਫਿਸ਼ੀਅਲ ਕਲੋਥਿੰਗ ਫਾਈਬਰ ਦੇ ਵਿੱਚ ਜਦੋਂ ਉਹਨੂੰ ਬ੍ਰੋਕ ਡਾਊਨ ਕੀਤਾ ਜਾਂਦਾ ਉਹਦੇ ਵਿੱਚੋਂ ਨਿਕਲਦੀ ਆ। ਬਹੁਤ ਛੋਟੀ ਹੁੰਦੀ ਆ, ਮਤਲਬ ਚੌਲਾਂ ਦੇ ਦਾਣੇ ਤੋਂ ਵੀ ਛੋਟੇ ਪਾਰਟੀਕਲ ਇਹਦੇ ਹੁੰਦੇ ਆ। ਔਰ ਡੂੰਘੇ ਸਮੁੰਦਰਾਂ ਦੇ ਵਿੱਚ, ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਆ ਮਾਊਂਟ ਐਵਰੈਸਟ ਦੇ ਵਿੱਚ, ਇਹ ਹਰ ਜਗ੍ਹਾ ਪਹੁੰਚ ਚੁੱਕੀ ਆ। ਬਿਲੀਅਨਸ ਆਫ ਪਾਊਂਡਸ ਆਫ ਪਲਾਸਟਿਕ ਜਿਹੜੀ ਵੇਸਟ ਆ ਹਰ ਸਾਲ ਬਾਹਰ ਸਿੱਟਿਆ ਜਾਂਦਾ, ਅਤੇ ਲੋਕ ਇਹਨੂੰ ਇੰਜੈਸਟ ਕਰਦੇ ਆ, ਪਾਣੀ ਦੇ ਜ਼ਰੀਏ ਵੀ, ਫੂਡ ਦੇ ਜ਼ਰੀਏ ਵੀ। ਦੂਜੀ ਗੱਲ ਇੱਕ ਥਾਂ 'ਤੇ ਨਹੀਂ ਰਹਿੰਦੀ। ਔਰ ਅਮਰੀਕਾ ਜਿਹੜੀ ਇਹ ਪਲਾਸਟਿਕ ਵੇਸਟ ਆ, ਇਹਦੇ ਵਿੱਚ ਟੌਪ ਕੰਟਰੀਬਿਊਟਰ, ਮਤਲਬ ਸਭ ਤੋਂ ਵੱਧ ਪਲਾਸਟਿਕ ਦੁਨੀਆ ਦੇ ਵਿੱਚ ਅਮਰੀਕਾ ਛੱਡ ਰਿਹਾ ਇਸ ਵੇਲੇ। ਇਸ ਰਿਸਰਚ ਤੋਂ ਪਹਿਲਾਂ ਜਿਹੜੇ ਟਾਈਨੀ ਪਾਰਟੀਕਲ ਸੀਗੇ ਉਹ ਬਹੁਤ ਸਾਰੇ ਥਾਵਾਂ ਦੇ ਉੱਤੇ ਨਿਊਜ਼ੀਲੈਂਡ ਦੇ ਵਿੱਚ ਪਾਏ ਗਏ ਸੀ। ਬਹੁਤ ਸਾਰਾ ਜਿਹੜਾ ਓਰੀਜਨ ਹੈ ਇਹਦਾ ਏਅਰਬੋਰਨ ਮਾਈਕਰੋ ਪਲਾਸਟਿਕ ਦਾ ਦੱਸਿਆ ਜਾ ਰਿਹਾ ਕਿ ਲੋਕਲ ਰਿਸਰਚਰਸ ਦੱਸ ਰਹੀਆਂ ਕਲੋਦਨ ਦੂਜੇ ਇਕਵਿਪਮੈਂਟ ਜਾਂ ਉਹਨਾਂ ਦੇ ਵਿੱਚੋਂ ਬਾਹਰ ਜਾਂਦਾ ਆ, ਤਾਂ ਇਹ ਪਲਾਸਟਿਕ ਜੇਕਰ ਇੱਕ ਥਾਂ ਦੇ ਉੱਤੇ ਪੈਦਾ ਹੋ ਰਹੀ ਆ ਜਾਂ ਇੱਕ ਥਾਂ ਦੇ ਉੱਤੇ ਬਣ ਰਹੀ ਆ, ਉਹਦੇ ਤੋਂ ਬਹੁਤ ਦੂਰ ਤੱਕ ਚਲੇ ਜਾਂਦੀ ਆ ਹਵਾ ਦੇ ਵਿੱਚ ਆਪਣੇ ਆਪ ਹੀ। ਔਰ ਇੱਥੇ ਤੱਕ ਦੱਸਿਆ ਜਾ ਰਿਹਾ ਕਿ 3700 ਮਾਈਲ ਦੂਰ ਵੀ ਜਿਹੜੀ ਆ ਇਹ
ਮਿਲਦੀ ਹੈ, ਜਿੱਥੋਂ ਇਹ ਪੈਦਾ ਹੋਈ ਹੁੰਦੀ ਆ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਸਾਡੇ ਈਕੋਸਿਸਟਮ ਦੇ ਲਈ ਕਿੱਡੀ ਵੱਡੀ ਸਮੱਸਿਆ ਹੈ, ਔਰ ਇਹੀ ਜ਼ਿੰਮੇਵਾਰ ਆ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਲੱਗ ਰਹੀਆਂ ਆ, ਜਾਂ ਜਿਹੜੀਆਂ ਪਹਿਲਾਂ ਬਿਮਾਰੀਆਂ ਨਹੀਂ ਸੀਗੀਆਂ। ਮਾਈਕਰੋਪਲਾਸਟਿਕ, ਫਰੈਸ਼ ਐਂਟਾਰਕਟਿਕ ਸਨੋ ਦੇ ਵਿੱਚ ਇਹਦਾ ਐਕਸਟੈਂਟ, ਇੱਥੇ ਤੱਕ ਕਿ ਪੋਲਿਊਸ਼ਨ ਫੈਲ ਜਾਣਾ, ਇਹ ਦੱਸਦਾ ਆ ਕਿ ਇਹ ਸਮੱਸਿਆ ਕਿੰਨੀ ਜ਼ਿਆਦਾ ਗੰਭੀਰ ਸਾਡੇ ਸਾਹਮਣੇ ਹੋਈ ਆ। ਤੇ ਹੁਣ ਵਿਗਿਆਨੀ ਇਸ ਗੱਲ ਬਾਰੇ ਸੋਚ ਰਹੇ ਆ ਕਿ ਇਹਨੂੰ ਰੋਕਣ ਦੇ ਲਈ ਕੀ ਕੀਤਾ ਜਾਣਾ, ਕਿਉਂਕਿ ਇਹਦਾ ਕੁਝ ਵੀ ਨਹੀਂ ਕਰ ਸਕਦੇ ਤੁਸੀਂ। ਇਹਨੂੰ ਅੱਗ 'ਚ ਸਾੜ ਦਿਓਗੇ ਤਾਂ ਉਹ ਜਿਹੜੇ ਹਾਰਮਫੁਲ ਕੈਮੀਕਲਸ ਨੇ ਉਸ ਅੱਗ ਦੇ ਵਿੱਚ ਜਿਹੜਾ ਧੂੰਆਂ ਨਿਕਲਦਾ ਉਹ ਖਤਰਨਾਕ ਆ। ਇਹਨੂੰ ਕਿਤੇ ਸੁੱਟ ਦਿਓਗੇ, ਸੁੱਟਣ ਤੋਂ ਬਾਅਦ ਇਹ ਕਈ ਹਜ਼ਾਰਾਂ ਸਾਲ ਗਲਦੀ ਨਹੀਂ ਆ। ਸਮੁੰਦਰ ਦੀ ਜਿਹੜੀ ਸਭ ਤੋਂ ਹੇਠਲੀ ਤਹਿ ਆ ਉੱਥੇ ਤੱਕ ਵੀ, ਸਤ੍ਹਾ ਦੇ ਉੱਤੇ ਵੀ ਪਹੁੰਚ ਗਈ ਆ, ਮਾਊਂਟ ਐਵਰੈਸਟ ਦੇ ਉੱਤੇ ਵੀ ਪਹੁੰਚ ਗਈ ਆ, ਤੇ ਹੁਣ ਅੰਟਾਰਕਟਿਕ ਫਰੈਸ਼ ਸਨੋ ਦੇ ਵਿੱਚ ਵੀ ਇਹਦੇ ਪਾਰਟੀਕਲ ਪਾਏ ਜਾ ਰਹੇ ਆ, ਜਿਹੜੇ ਦੁਨੀਆ ਲਈ ਇੱਕ ਬਹੁਤ ਵੱਡਾ ਖਤਰਾ ਇਸ ਵੇਲੇ ਬਣਿਆ ਹੋਇਆ। ਰੂਸ ਤੇ ਯੂਕਰੇਨ ਦਾ ਯੁੱਧ। ਰੂਸ ਤੇ ਯੂਕਰੇਨ ਦਾ ਯੁੱਧ ਲਗਾਤਾਰ ਚੱਲ ਰਿਹਾ ਆ, 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ। ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ, ਜਿਹੜੇ ਕਿ ਆਪਣੇ ਆਪ ਨੂੰ ਮਤਲਬ ਇੱਕ ਬਹੁਤ ਉੱਥੋਂ ਦੇ ਰਾਖੇ ਕਹਿੰਦੇ ਆ, ਉਹਨਾਂ ਨੇ ਇੱਕ ਨੈਸ਼ਨਲਿਸਟਿਕ ਸੈਂਟੀਮੈਂਟਸ ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣਾ ਮੁਕਾਬਲਾ ਕੀਤਾ ਪੀਟਰ ਦਾ ਗ੍ਰੇਟ ਨਾਲ। ਰੂਸ ਦੇ ਇਤਿਹਾਸ ਦੇ ਵਿੱਚ ਪੀਟਰ ਦਾ ਗ੍ਰੇਟ ਦਾ ਬਹੁਤ ਵੱਡਾ ਨਾਂ ਆ। ਇੱਕ ਉਹ ਬਾਦਸ਼ਾਹ, ਇੱਕ ਉਹ ਅੰਪਾਇਰਰ ਜਿਹਨੇ ਰਸ਼ੀਅਨ ਟੈਰੀਟਰੀ ਨੂੰ 18ਵੀਂ ਸਦੀ ਦੇ ਵਿੱਚ ਜਿਹੜੇ ਉੱਥੇ ਕਨਫਲਿਕਟ ਸੀਗਾ ਉਹਦੇ ਵਿੱਚ ਫੈਲਾਇਆ, ਤੇ ਉਹਦੇ ਤੋਂ ਬਾਅਦ ਫਿਰ ਦੇਸ਼ ਦੇ ਲਈ ਬਹੁਤ ਕੁਛ ਕੀਤਾ। ਤੇ ਉਸੇ ਤਰ੍ਹਾਂ ਅੱਜ ਜਿਹੜੇ ਇਹ ਅਮਰੀਕਨ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ, ਉਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਅੱਜ ਤੋਂ ਕਈ ਸੌ ਸਾਲ ਪਹਿਲਾਂ ਜਿਹੜਾ ਪੀਟਰ ਦਾ ਗ੍ਰੇਟ ਸੀਗਾ, ਉਹਨੇ ਆਪਣੇ ਦੇਸ਼ ਦੇ ਲਈ ਕੰਮ ਕੀਤਾ, ਜਿੱਦਾਂ ਦੁਨੀਆ ਉਹਦੇ ਵਿਰੁੱਧ ਹੋਈ ਸੀ, ਤੇ ਅੱਜ ਜਿਹੜੇ ਸੇਂਟ ਪੀਟਰਸਬਰਗ ਵਰਗੇ ਸ਼ਹਿਰ ਆ ਉਹ ਸਾਡੇ ਆਪਣੇ ਆ, ਤੇ ਉਦੋਂ ਲੋਕ ਯਕੀਨ ਨਹੀਂ ਸੀ ਕਰਦੇ ਵੀ ਇਹ ਇਲਾਕਾ ਇਹਨਾਂ ਦਾ ਹੋਊਗਾ। ਸਵੀਡਿਸ਼ ਦੇ ਨਾਲ ਉਹਨਾਂ ਦੀ ਲੜਾਈ ਹੋਈ ਸੀ। ਇਸੇ ਤਰ੍ਹਾਂ ਹੀ ਉਹ ਕਹਿੰਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹ ਕਹਿਣਗੇ ਕਿ ਯੂਕਰੇਨ ਦਾ ਇਲਾਕਾ, ਜਿਹਨੂੰ ਅੱਜ ਪੂਰਾ ਯੂਰਪ ਸਮੇਤ ਅਮਰੀਕਾ ਨੈਟੋ ਮੰਨਣ ਨੂੰ ਤਿਆਰ ਨਹੀਂ ਕਿ ਰੂਸ ਦਾ ਇਲਾਕਾ ਆ, ਉਹ ਕਹਿੰਦੇ ਜਦੋਂ ਮੈਂ ਪੀਟਰ ਦਾ ਗ੍ਰੇਟ ਵਾਂਗੂ ਕੰਮ ਕੀਤਾ ਤੇ ਇਹਨਾਂ ਸਾਰੇ ਇਲਾਕਿਆਂ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ, ਉਸ ਵੇਲੇ ਲੋਕ ਜਿਹੜੇ ਆ ਬਾਅਦ ਦੇ ਵਿੱਚ ਕਿਸੇ ਇਤਿਹਾਸ ਦੇ ਵਿੱਚ ਜਾ ਕੇ ਫਿਰ ਕਈ ਸੌ ਸਾਲ ਬਾਅਦ ਯਕੀਨ ਕਰਨਗੇ ਕਿ ਜੋ ਕੁਛ ਇਹ ਹੈਗਾ ਆ ਇਹ ਸਹੀ ਸੀ, ਵਲਾਦੀਮੀਰ ਪੁਤਨ ਨੇ ਸਹੀ ਕੀਤਾ। 350ਵੀਂ ਐਨੀਵਰਸਰੀ ਸੀ ਪੀਟਰ ਦੇ ਜਨਮ ਦਿਨ ਦੀ। ਵਲਾਦੀਮੀਰ ਪੁਤਨ ਨੇ ਇਹ ਜਿਹੜੇ ਲਿੰਕ ਸੀਗੇ, ਇਹ ਜਿਹੜਾ ਉਹਨਾਂ ਨੇ ਇਨਵੇਡ ਕੀਤਾ ਯੂਕਰੇਨ ਦੇ ਵਿੱਚ, ਇਹਨੂੰ ਰਸ਼ੀਆ ਦੇ ਉਸ ਇੰਪੀਰੀਅਲ ਜਿਹੜਾ ਇਤਿਹਾਸ ਸੀ ਉਹਦੇ ਨਾਲ ਜੋੜ ਕੇ ਦੱਸਿਆ। ਪੁਤਨ ਜਿਹਨਾਂ ਦਾ ਕਿ ਹੋਮ ਟਾਊਨ ਆ ਸੇਂਟ ਪੀਟਰਸਬਰਗ, ਉੱਥੇ ਕਿ ਜਿਹਦਾ ਕਿ ਜ਼ਾਰ ਦਾ ਨਾਂ ਆ, ਤੇ ਉਹਨਾਂ ਨੇ ਕਿਹਾ ਕਿ ਸਾਰੀ ਬਿਲਡਿੰਗ ਇਹ ਸੁਜੈਸਟ ਕਰਦੀ ਹੈ ਕਿ ਕਿਸੇ ਵੇਲੇ ਇਹਨਾਂ ਨੇ ਇਹ ਇੱਕ ਦਿਨ ਆਪਣੇ ਕੋਲ ਲਿਆ ਸੀ ਜਦੋਂ ਇਹ ਰਸ਼ੀਆ ਦੇ ਨਾਲ ਇਹਦਾ ਸੰਬੰਧ ਨਹੀਂ ਸੀਗਾ, ਕਿ ਇਸ ਤਰੀਕੇ ਨਾਲ ਪੀਟਰ ਨੇ ਆਪਣਾ ਜਿਹੜਾ ਉਹਨੂੰ ਸਲਤਨਤ ਨੂੰ ਵੱਡਾ ਕੀਤਾ, ਰਸ਼ੀਆ ਨੂੰ ਇੱਕ ਬਹੁਤ ਵੱਡੇ ਅੰਪਾਇਰ ਦੇ ਵਿੱਚ ਬਦਲਿਆ, ਤੇ ਆਪਣੇ ਆਪ ਨੂੰ ਫਿਰ ਇੱਕ ਉਸ ਸਲਤਨਤ ਦਾ ਰਾਜਾ ਬਾਦਸ਼ਾਹ ਡਿਕਲੇਅਰ ਕੀਤਾ। 18ਵੀਂ ਸਦੀ ਦੇ ਵਿੱਚ ਜਦੋਂ ਗ੍ਰੇਟ ਨਾਰਦਰਨ ਵਾਰ ਹੁੰਦੀ ਆ, 2 ਦਹਾਕੇ ਤੋਂ ਜ਼ਿਆਦਾ ਕਨਫਲਿਕਟ ਚੱਲਦਾ ਇਹਨਾਂ ਦਾ ਸਵੀਡਿਸ਼ ਅੰਪਾਇਰ ਦੇ ਨਾਲ ਰੂਸ ਦਾ, ਤੇ ਕਿਸ ਤਰੀਕੇ ਨਾਲ ਰਸ਼ੀਆ ਜਿਹੜਾ ਜੇਤੂ ਹੋ ਕੇ ਉੱਥੋਂ ਨਿਕਲਦਾ ਆ ਤੇ ਬੈਲਟਿਕਸ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਉਹ ਟੇਕ ਓਵਰ ਕਰਦਾ ਆ। ਉਸ ਵੇਲੇ ਉਹ ਕਹਿੰਦੇ ਇਹ ਸਵਾਲ ਉੱਠਦਾ ਕਿ ਉਸ ਵੇਲੇ ਉਹ ਕੀ ਕਰ ਰਿਹਾ ਸੀ, ਪੀਟਰ ਦਾ ਗ੍ਰੇਟ ਕੀ ਕਰ ਰਿਹਾ ਸੀ। ਉਹਨਾਂ ਨੇ ਸਿੱਧਾ ਪੱਤਰਕਾਰਾਂ ਨੂੰ ਸਵਾਲ ਕੀਤਾ, ਕਹਿੰਦੇ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਸਿੱਧਾ ਹੀ ਰੀਇਨਫੋਰਸ ਕਰ ਰਿਹਾ ਸੀਗਾ, ਇਹ ਸੀ ਜੋ ਉਹਨੇ ਕੀਤਾ, ਤੇ ਇਹ ਆ ਕਿ ਜੋ ਅਸੀਂ ਕਰ ਰਹੇ ਹਾਂ। ਸੋ ਇਸ ਦਿਨ ਦੇ ਉੱਤੇ ਜਿੱਥੇ ਉਹਨੇ ਪੀਟਰ ਦਾ ਗ੍ਰੇਟ ਦਾ ਨਾਂ ਲੈ ਕੇ ਲੋਕਾਂ ਦੇ ਰਾਸ਼ਟਰੀ ਜਿਹੜੇ ਉਹਨਾਂ ਦੇ ਸੈਂਟੀਮੈਂਟਸ ਆ ਉਹਨਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਆ, ਉੱਥੇ ਲੋਕਾਂ ਨੂੰ ਉਹਨਾਂ ਨੇ ਜਿਹੜਾ ਮੋਟੀਵੇਟ ਵੀ ਕੀਤਾ ਕਿ ਅਸੀਂ ਜੋ ਕਰ ਰਹੇ ਹਾਂ ਸਹੀ ਕਰ ਰਹੇ ਹਾਂ। ਇਹ ਵੀ ਦੱਸ ਦਿੱਤਾ ਕਿ ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ, ਭਾਵੇਂ ਯੂਰਪ ਤੇ ਸਾਰਿਆਂ ਨੇ ਸਾਡੇ ਉੱਤੇ ਪਾਬੰਦੀਆਂ ਲਾਈਆਂ ਆ, ਇੱਕ ਦਿਨ ਇਹ ਪਛਤਾਉਣਗੇ। ਅੱਜ ਸਾਡੇ ਉੱਤੇ ਪਾਬੰਦੀਆਂ ਲਾ ਰਹੇ ਆ, ਉਸੇ ਤਰ੍ਹਾਂ ਹੀ ਇਹ ਸਾਡੇ ਨਾਲ ਜਿਹੜਾ ਡੀਲ ਨਹੀਂ ਕਰ ਰਹੇ। ਉਹਨਾਂ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਰਫਲੀ 1000 ਇੰਟਰਨੈਸ਼ਨਲ ਕੰਪਨੀਆਂ ਜਿਨ੍ਹਾਂ ਨੇ ਰੂਸ ਦੇ ਵਿੱਚੋਂ ਆਪਣਾ ਸਾਰਾ ਕੁਝ ਵਿਦਡਰਾ ਕਰ ਲਿਆ, ਉੱਥੇ ਕੰਮ ਕਰਨਾ ਬੰਦ ਕਰ ਦਿੱਤਾ ਜਦੋਂ ਦਾ ਫਰਵਰੀ ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਇਨਵੇਡ ਕੀਤਾ ਯੂਕਰੇਨ ਦੇ ਵਿੱਚ। ਵਲਾਦੀਮੀਰ ਪੁਤਨ ਕਹਿੰਦੇ ਕਿ 1000 ਦੀ 1000 ਇਹ ਕੰਪਨੀ ਪਛਤਾਊਗੀ ਇੱਕ ਦਿਨ ਕਿ ਅਸੀਂ ਰੂਸ ਦੇ ਨਾਲੋਂ ਆਪਣਾ ਨਾਤਾ ਕਿਉਂ ਤੋੜਿਆ। ਇਹ ਵੀ ਉਹਨਾਂ ਨੇ ਸੁਜੈਸਟ ਕੀਤਾ ਕਿ ਜਿਹੜਾ ਇਹ ਜਿਹੜੇ ਸਾਡੇ ਐਨਰਜੀ ਐਕਸਪੋਰਟ ਆ ਇਹਦੇ ਉੱਤੇ ਵੀ ਇਹਨਾਂ ਨੂੰ ਦੇਖਣਾ ਪਊਗਾ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਡਿਪੈਂਡੈਂਟ ਰਹਿਣਾ। ਉਹ ਕਹਿੰਦੇ ਤੁਹਾਨੂੰ ਪਤਾ ਆ ਕਿ ਇੱਕ ਦੇਸ਼ ਦੇ ਆਲੇ ਦੁਆਲੇ ਜੇ ਤੁਸੀਂ ਫੈਂਸ ਕ੍ਰੀਏਟ ਕਰਨੀ ਚਾਹੁੰਦੇ ਆ ਤਾਂ ਇਹ ਲਗਭਗ ਅਸੰਭਵ ਆ। ਗੱਲ ਬੜੀ ਸਿੱਧੀ ਆ ਕਿ ਉਹ ਆਪਣੇ ਸਟੈਂਡ ਦੇ ਉੱਤੇ ਦ੍ਰਿੜ ਨੇ। ਪੁਰਾਣੇ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਦੇ ਕੇ ਸਿੱਧੀ ਉਹ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਜੋ ਸਾਡੇ ਪੁਰਖਿਆਂ ਨੇ ਕੀਤਾ ਉਸੇ ਤਰ੍ਹਾਂ ਅਸੀਂ ਕਰ ਰਹੇ ਹਾਂ। ਇੱਥੇ ਇਸ ਜੰਗ ਦੇ ਵਿੱਚ ਯੂਕਰੇਨ ਦੀ ਮਦਦ ਦੇ ਲਈ
ਜਿਹੜੇ 3 ਲੋਕ ਗਏ ਸੀ रूस की एक अदालत ने उन्होंने मौत की सज़ा सुनाई है। यूक्रेन ने रूस के ਜਿਹੜੇ ਸਮਰਥਿਤ ਡੋਨਬਾਸ ਇਲਾਕੇ ਦੇ ਵਿੱਚ ਅਦਾਲਤ ਨੇ ਫੈਸਲਾ ਹੋਇਆ। ਹਾਲਾਂਕਿ ਜਿਸ ਅਦਾਲਤ ਨੇ ਸਜ਼ਾ ਸੁਣਾਈ ਹੈ ਉਹਨੂੰ ਅੰਤਰਰਾਸ਼ਟਰੀ ਮਾਨਤਾ ਨਹੀਂ ਦਿੱਤੀ ਗਈ। ਬ੍ਰਿਟਨ ਤੇ ਯੂਕਰੇਨ ਨੇ ਇਹਨੂੰ ਅੰਤਰਰਾਸ਼ਟਰੀ ਕਾਨੂੰਨਾਂ ਦਾ ਉਲੰਘਣ ਕਿਹਾ ਹੈ। ਇਹ ਅਦਾਲਤ ਡੋਨੇਟਸਕ ਜਿੱਥੇ ਜੰਗ ਦੀ ਸ਼ੁਰੂਆਤ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਿਹਨੂੰ ਆਜ਼ਾਦ ਘੋਸ਼ਿਤ ਕਰ ਦਿੱਤਾ ਸੀ, ਬ੍ਰਿਟਨ ਨੇ ਇਹਦੇ ਨਾਗਰਿਕ ਜਿਹੜੇ ਹੈਗੇ ਆ ਐਡਨ ਆਸਲਿਨ ਤੇ ਸ਼ਾਨ ਪਿਨਰ, ਉਹਨਾਂ ਦੇ ਨਾਲ ਮੋਰਕੋ 'ਚ ਰਹਿਣ ਵਾਲੇ ਜਿਹੜੇ ਹੈਗੇ ਆ ਸਦੂਨ ਦੇ ਉੱਤੇ ਜਿਹੜੇ ਮਤਲਬ ਉਹਨਾਂ ਦੇ ਆਰੋਪ ਲੱਗੇ ਸੀ ਕਿ ਉਹਨਾਂ ਨੇ ਪੇਸ਼ਾਵਰ ਕਤਲ ਕੀਤਾ ਆ। ਤੇ ਇਹਦੇ ਤੋਂ ਇਲਾਵਾ 3 ਹੋਰ ਜਿਹੜੀਆਂ ਅੱਤਵਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਕੋਈ ਰਿਹਾਈ ਦੀ ਕੋਸ਼ਿਸ਼ ਕੀਤੀ ਗਈ ਸੀ। ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਇਹਨਾਂ ਲੋਕਾਂ ਦੇ ਵਕੀਲਾਂ ਨੇ ਕਿਹਾ ਕਿ ਫੈਸਲੇ ਦੇ ਖਿਲਾਫ ਅਸੀਂ ਅਪੀਲ ਕਰਾਂਗੇ, ਪਰ ਮਾਮਲਾ ਹਜੇ ਉੱਥੇ ਆ। ਸੋ ਇਸ ਵੇਲੇ ਵਲਾਦੀਮੀਰ ਪੁਤਿਨ ਦਾ ਆਪਣੇ ਆਪ ਨੂੰ ਉੱਥੋਂ ਦੇ ਮਹਾਨ ਰਾਜੇ ਪੀਟਰ ਦੇ ਨਾਲ ਉਹਦੀ ਤੁਲਨਾ ਕਰਨੀ ਤੇ ਫਿਰ ਜਿਹੜੀ ਸੇਂਟ ਪੀਟਰਸਬਰਗ ਸ਼ਹਿਰ ਦੀ ਸਥਾਪਨਾ ਹੁੰਦੀ ਆ, ਫਿਰ ਉਹ ਰੂਸ ਦੀ ਰਾਜਧਾਨੀ ਬਣਦਾ ਆ। ਤੇ ਯੂਰਪ ਦੇ ਕਿਸੇ ਵੀ ਖੇਤਰ ਨੇ, ਕਿਸੇ ਵੀ ਏਰੀਏ ਨੇ ਸੇਂਟ ਪੀਟਰਸਬਰਗ ਨੂੰ ਤੇ ਪੀਟਰ ਦ ਗ੍ਰੇਟ ਨੂੰ ਮਾਨਤਾ ਨਹੀਂ ਦਿੱਤੀ ਸੀ, ਪਰ ਅੱਜ ਉਹ ਰੂਸ ਦਾ ਹਿੱਸਾ ਆ। ਵਲਾਦੀਮੀਰ ਪੁਤਿਨ ਕਹਿੰਦੇ ਆ ਕਿ ਬਿਲਕੁਲ ਇਸੇ ਤਰ੍ਹਾਂ ਕਿਸੇ ਵੇਲੇ ਜਿਹੜਾ ਯੂਕਰੇਨ ਆ ਜਿਹਨੂੰ ਅਸੀਂ ਆਪਣਾ ਕਬਜ਼ੇ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਸਾਡਾ ਹਿੱਸਾ ਹੋਏਗਾ ਤੇ ਦੁਨੀਆ ਨੂੰ ਇਹਨੂੰ ਮਾਨਤਾ ਦੇਣੀ ਪਊਗੀ। ਆਬਾਦੀ ਕਿਸੇ ਵੇਲੇ ਸਮਝੀ ਜਾਂਦੀ ਸੀ ਕਿ ਦੁਨੀਆ ਦੇ ਵਿੱਚ ਜਦੋਂ ਆਬਾਦੀ ਵੱਧਦੀ ਆ ਇਹ ਸੰਕਟ ਆ, ਖਾਣ ਵਾਲੀਆਂ ਪੀਣ ਵਾਲੀਆਂ ਚੀਜ਼ਾਂ ਸੀਮਿਤ ਨੇ, ਤੇ ਦੁਨੀਆ ਦੇ ਵਿੱਚ ਜਦੋਂ ਵੱਧ ਆਬਾਦੀ ਪੈਦਾ ਹੋ ਜੂਗੀ, ਲੋਕ ਜ਼ਿਆਦਾ ਪੈਦਾ ਹੋ ਜਾਣਗੇ, ਉਹ ਸਾਧਨ ਘਟ ਜਾਣਗੇ। ਪਰ ਬਹੁਤ ਸਾਰੇ ਦੇਸ਼ ਵੱਧਦੀ ਆਬਾਦੀ ਤੋਂ ਲੈ ਕੇ ਚਿੰਤਤ ਵੀ ਨੇ। ਮੰਨ ਲਓ ਕੈਨੇਡਾ ਆ, ਅਮਰੀਕਾ ਆ, ਇੱਥੋਂ ਤੱਕ ਕਿ ਚੀਨ ਆ, ਇਹਨਾਂ ਦੀ ਆਬਾਦੀ ਘਟ ਰਹੀ ਆ। ਜਾਂ ਇੱਦਾਂ ਕਹਿ ਲਓ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀ ਗਿਣਤੀ ਆਬਾਦੀ ਦੇ ਵਿੱਚ ਹੋਰ ਵੀ ਜ਼ਿਆਦਾ ਘਟ ਰਹੀ ਆ। ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਜਾਣੀ ਹੈ, ਬੱਚਿਆਂ ਦੇ ਉੱਤੇ ਸਰਕਾਰ ਖਰਚਾ ਕਰਦੀ ਹੈ, ਕੰਮ ਕਰਨ ਵਾਲੀ ਵਿਚਕਾਰਲੀ ਕਲਾਸ ਆ। ਵਿਚਕਾਰਲੀ ਕਲਾਸ ਦੀ ਗਿਣਤੀ ਜਦੋਂ ਕਿਸੇ ਦੇਸ਼ ਦੇ ਵਿੱਚੋਂ ਘਟਦੀ ਆ ਤਾਂ ਉਹਦੀ ਆਰਥਿਕਤਾ ਦੇ ਉੱਤੇ ਸਿੱਧਾ ਅਸਰ ਪੈਂਦਾ। ਤੇ ਇਸ ਵੇਲੇ ਜਿਹੜੇ ਅੰਕੜੇ ਸਾਹਮਣੇ ਆ ਰਹੇ ਆ ਉਹ ਇਹ ਦੱਸ ਰਹੇ ਆ ਕਿ ਪੂਰੀ ਦੁਨੀਆ ਦੇ ਵਿੱਚ ਹੀ ਇਸ ਵੇਲੇ ਆਬਾਦੀ ਘਟ ਰਹੀ ਆ। ਤੇ ਜਿਹੜੀ ਇੱਕ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਲਈ ਚੰਗੀ ਖਬਰ ਤੇ ਕੁਝ ਲੋਕਾਂ ਦੇ ਲਈ ਮਾੜੀ ਖਬਰ ਦੱਸੀ ਜਾ ਰਹੀ ਆ। ਇੱਕ ਸਟੱਡੀ ਹੋਈ ਆ, ਉਹਦੇ ਅਨੁਸਾਰ ਦੱਸਿਆ ਜਾ ਰਿਹਾ ਕਿ ਜਿਹੜੀ ਕੁੱਲ ਆਬਾਦੀ ਆ ਸਾਡੀ ਧਰਤੀ ਦੇ ਉੱਤੇ 2064 ਦੇ ਵਿੱਚ 9.7 ਬਿਲੀਅਨ ਤੱਕ ਪਹੁੰਚ ਕੇ ਆਪਣੇ ਸਿਖਰ ਦੇ ਉੱਤੇ ਪਹੁੰਚ ਜਾਊਗੀ। ਇਹਦੇ ਤੋਂ ਬਾਅਦ ਜਿਹੜਾ 2064 ਤੋਂ ਬਾਅਦ 2100 ਦੇ ਵਿੱਚ ਇਹ ਫਿਰ ਘਟ ਕੇ ਉਹ ਜਿਹੜੀ 8.7 ਬਿਲੀਅਨ ਰਹਿ ਜਾਊਗੀ। ਸੋ ਐਡਾ ਵੱਡਾ ਘਾਟਾ 100 ਸਾਲ ਦੇ ਵਿੱਚ ਉਹ ਕਹਿੰਦੇ ਆਬਾਦੀ ਦਾ ਹੋ ਜਾਣਾ। ਲੈਸਨ ਮੈਡੀਕਲ ਜਰਨਲ ਦੀ ਇੱਕ ਰਿਪੋਰਟ ਦੇ ਮੁਤਾਬਕ ਸਦੀ ਦੇ ਅੰਤ ਤੱਕ ਜਿਹੜੀ ਇਹ ਗਿਣਤੀ ਆ ਉਹ ਘਟਦੀ ਆ। ਉਹਦੇ ਤੋਂ ਬਾਅਦ ਜਿਹੜਾ ਚੀਨ ਆ ਉਹ ਬਹੁਤ ਤੇਜ਼ੀ ਨਾਲ ਬਜ਼ੁਰਗ ਹੋ ਰਿਹਾ, ਬੁੱਢਾ ਹੋ ਰਿਹਾ, ਇੱਦਾਂ ਕਿਹਾ ਜਾ ਸਕਦਾ। ਸਾਲ 2100 ਤੱਕ ਉਹ ਕਹਿੰਦੇ ਉਹਨਾਂ ਦੀ ਅੱਧੀ ਜਿਹੜੀ ਜਨਸੰਖਿਆ ਉਹ ਕਿਸੇ ਨਾ ਕਿਸੇ ਤਰ੍ਹਾਂ ਘਟ ਜਾਊਗੀ। ਅੱਧੀ ਜਨਸੰਖਿਆ ਚੀਨ ਦੀ ਹੁਣ ਤੋਂ ਲੈ ਕੇ 2100 ਤੱਕ ਘਟ ਜਾਊਗੀ। ਤੇ ਇਹ ਜਿਹੜੀ ਆ ਜਿਸ ਤਰੀਕੇ ਨਾਲ ਘਟਣੀ ਆ, ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿੱਚ ਕਿਹਾ ਗਿਆ ਕਿ ਇਹ ਜਦੋਂ ਵੀ ਪਾਪੂਲੇਸ਼ਨ ਦੇ ਘਟਣ ਦਾ ਟ੍ਰੈਂਡ ਸ਼ੁਰੂ ਹੋਣਾ ਤਾਂ ਉਹਨੂੰ ਬਦਲਿਆ ਨਹੀਂ ਜਾ ਸਕਦਾ। UN ਦੇ ਇੱਕ ਅਨੁਮਾਨ ਤੋਂ ਉਲਟਾ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ 2100 ਤੱਕ ਦੁਨੀਆ ਦੀ ਆਬਾਦੀ 11 ਬਿਲੀਅਨ ਤੱਕ ਪਹੁੰਚ ਜਾਊਗੀ। ਫਿਲਹਾਲ ਦੁਨੀਆ ਦੀ ਆਬਾਦੀ 8 ਬਿਲੀਅਨ ਤੋਂ ਘੱਟ ਆ। ਚੀਨ, ਇੰਡੀਆ, ਅਮਰੀਕਾ ਇਹ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਨੇ ਸਾਡੇ ਕੋਲ ਇਸ ਵੇਲੇ। ਐਕਸਪਰਟਸ ਜਿਹੜੇ ਨੇ ਉਹ ਜਿਹੜਾ ਸ਼ਹਿਰੀਕਰਨ ਆ ਉਹਦੇ ਨਾਲ ਨਾਲ ਔਰਤਾਂ ਸਿੱਖਿਅਤ ਹੋ ਰਹੀਆਂ, ਔਰਤਾਂ ਪੜ੍ਹ ਲਿਖ ਰਹੀਆਂ, ਕੰਮ ਕਰਨ ਵਾਲੇ ਤੇ ਬਰਥ ਕੰਟਰੋਲ ਦੇ ਸਾਧਨ ਵੱਧ ਰਹੇ ਆ। ਉਹ ਇਹ 3-4 ਕਾਰਨ ਦੱਸ ਰਹੇ ਆ ਕਿ ਇਹ 3-4 ਵੱਡੇ ਕਾਰਨ ਆ ਜਿਹੜੇ ਆਬਾਦੀ ਘਟਣ ਦੇ ਪਿੱਛੇ ਨੇ। ਸਾਲ 1960 ਦੇ ਵਿੱਚ ਦੁਨੀਆ ਭਰ ਦੇ ਵਿੱਚ ਇੱਕ ਔਸਤਨ ਔਰਤ 5.2 ਬੱਚਿਆਂ ਨੂੰ ਜਨਮ ਦਿੰਦੀ ਸੀ, ਭਾਵ 5 ਬੱਚਿਆਂ ਤੋਂ ਜ਼ਿਆਦਾ ਨੂੰ ਇੱਕ ਔਰਤ ਜਨਮ ਜਿਹੜੀ ਦਿੰਦੀ ਸੀ। ਹੁਣ ਅੱਜ ਜਦੋਂ 1960 ਤੋਂ ਲੈ ਕੇ ਅਸੀਂ ਹੁਣ ਅੱਜ ਦੀ ਗੱਲ ਕਰ ਰਹੇ ਹਾਂ ਤਾਂ ਅੰਕੜਾ 2.4 ਦੇ ਉੱਤੇ ਪਹੁੰਚ ਗਿਆ। 2100 ਤੱਕ ਇਹ 1.6 ਦੇ ਉੱਤੇ ਪਹੁੰਚ ਜਾਊਗਾ, ਭਾਵ ਇਹ ਲਗਾਤਾਰ ਅੰਕੜਾ ਥੱਲੇ ਨੂੰ ਜਾਊਗਾ। ਕੁਝ ਥਾਵਾਂ ਦੇ ਉੱਤੇ ਜਿਵੇਂ ਕਿ ਅਫਰੀਕਾ ਆ, ਉੱਥੇ ਕਹਿੰਦੇ ਆਬਾਦੀ ਜਿਹੜੀ ਵਧੂਗੀ, ਯੂਰਪ, ਅਮਰੀਕਾ ਦੇ ਵਿੱਚ ਘਟੂਗੀ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਏਸ਼ੀਆ ਤੇ ਦੱਖਣੀ ਅਮਰੀਕਾ ਦੀ ਜਨਸੰਖਿਆ ਘਟਣੀ ਸ਼ੁਰੂ ਹੋ ਜਾਣੀ ਆ। ਹਾਲਾਂਕਿ ਅਫਰੀਕਾ ਦੀ ਜਨਸੰਖਿਆ ਵਧਣੀ ਜਾਰੀ ਰਹੂਗੀ, ਪਰ ਵਧਣ ਦੀ ਜਿਹੜੀ ਰਫਤਾਰ ਆ, ਜਿਹੜੀ ਗਤੀ ਆ, ਉਹ ਘੱਟ ਹੋਊਗੀ। ਇਹ ਅਲੱਗ-ਅਲੱਗ ਥਾਵਾਂ ਦੇ ਉੱਤੇ ਉਹਨਾਂ ਨੇ ਅੰਕੜੇ ਦਿੱਤੇ ਆ ਕਿ ਨਾਈਜੀਰੀਆ ਦੇ ਵਿੱਚ 58 ਕਰੋੜ ਲੋਕ ਹੋਰ ਵੱਧ ਜਾਣਗੇ, ਪਰ
ਓਵਰਆਲ ਦੁਨੀਆ ਦੇ ਵਿੱਚ ਆਬਾਦੀ ਦਾ ਜਿਹੜਾ ਘਟਣਾ ਆ, ਇਹ ਚਿੰਤਾ ਵਾਲੀ ਗੱਲ ਕੁਛ ਥਾਵਾਂ ਲਈ ਦੱਸੀ ਜਾ ਰਹੀ ਹੈ। ਚੀਨ ਨੇ ਆਪਣੀਆਂ ਪਾਲਿਸੀਆਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਜਦੋਂ ਉਹਨਾਂ ਦੀ ਆਬਾਦੀ ਸਭ ਤੋਂ ਜ਼ਿਆਦਾ ਸੀ, ਉਹਨੇ ਸਖਤੀ ਲਾ ਦਿੱਤੀ ਕਿ 3 ਬੱਚੇ ਨਹੀਂ ਕਰ ਸਕਦੇ, 2 ਨਹੀਂ ਕਰ ਸਕਦੇ। ਹੁਣ ਕਿਉਂਕਿ ਉੱਥੇ ਮਾਈਗ੍ਰੇਸ਼ਨ ਬੜੀ ਹੋਰ ਕਿਸਮ ਦੀ ਹੋ ਰਹੀ ਆ, ਪਿੰਡਾਂ ਤੇ ਸ਼ਹਿਰਾਂ ਦੇ ਵਿਚਕਾਰ ਬੱਚੇ ਪੈਦਾ ਨਹੀਂ ਹੋ ਰਹੇ, ਹੁਣ ਉਹ ਦੂਜੇ ਪਾਸੇ ਨੂੰ ਚੱਲ ਰਿਹਾ ਕਿ ਸਾਡੀ ਆਬਾਦੀ ਕਿਸੇ ਨਾ ਕਿਸੇ ਤਰ੍ਹਾਂ ਵਧਣੀ ਚਾਹੀਦੀ ਹੈ, ਕਿਉਂਕਿ ਜੇ ਉੱਥੇ ਦੀ ਆਬਾਦੀ ਘਟ ਜਾਂਦੀ ਆ ਤਾਂ ਉਹਨਾਂ ਦੀ ਜਿਹੜੀ GDP ਆ ਉਹਦੇ ਉੱਤੇ ਇਹਦਾ ਸਿੱਧਾ ਅਸਰ ਪਊਗਾ। ਅਗਲੀ ਖਬਰ ਬ੍ਰਿਟਿਸ਼ ਕੋਲੰਬੀਆ ਦੀ ਆ। ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਆਪਣੇ ਆਪ ਦੇ ਵਿੱਚ ਹਮੇਸ਼ਾ ਬਹੁਤ ਸਾਰੇ ਕਾਰਨਾਂ ਕਰਕੇ ਚਰਚਾ ਦੇ ਵਿੱਚ ਰਹਿੰਦਾ ਆ। ਬ੍ਰਿਟਿਸ਼ ਕੋਲੰਬੀਆ ਤੋਂ ਖਬਰ ਇਹ ਆ ਰਹੀ ਆ ਕਿ ਇੱਥੇ ਸਪੀਡ ਲਿਮਿਟ ਘਟਾ ਦੇਣੀ ਚਾਹੀਦੀ ਹੈ। ਇੱਥੇ ਸ਼ਹਿਰ ਦੇ ਵਿੱਚ ਜਦੋਂ ਸਿਟੀ ਦੇ ਵਿੱਚ ਆਪਾਂ ਕਾਰ ਚਲਾਉਂਦੇ ਤਾਂ ਉਹਦੀ ਸਪੀਡ ਲਿਮਿਟ 50 ਆ। ਹੁਣ ਉਹ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਹੜੇ ਇਹ ਕਹਿੰਦੇ ਆ ਕਿ ਇਹਨੂੰ 50 ਤੋਂ ਘਟਾ ਕੇ 30 ਕਰ ਦਿਓ। ਜਿਹੜੇ ਸਕੂਲਸ ਨੇ, ਸਕੂਲ ਜ਼ੋਨਸ ਨੇ ਜਾਂ ਪਲੇਗਰਾਊਂਡ ਜ਼ੋਨ ਆ, ਉੱਥੇ 30 ਦੀ ਸਪੀਡ ਹੁੰਦੀ ਆ। ਆਪਣੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ 30 ਦੀ ਸਪੀਡ ਹੈਗੀ ਆ, ਪਰ ਇਨ ਜਨਰਲ ਜਦੋਂ ਸ਼ਹਿਰ ਦੇ ਵਿੱਚ ਤੁਸੀਂ ਗੱਡੀ ਚਲਾਉਂਦੇ ਆ ਉੱਥੇ ਸਪੀਡ ਲਿਮਿਟ 50 ਆ। ਜਿਹੜਾ ਸਰਵੇ ਕਰਾਇਆ ਗਿਆ ਉਹਦੇ ਵਿੱਚ ਲੋਕ ਇਸ ਗੱਲ ਦੀ ਮੰਗ ਕਰ ਰਹੇ ਆ ਕਿ ਇਹਨੂੰ 50 ਤੋਂ ਘਟਾ ਕੇ 30 ਕਰ ਦਿਓ। 66% ਲੋਕ ਜਿਹੜੇ ਰਿਸਪੋਂਡੈਂਟ ਨੇ, ਇਹ ਆਨਲਾਈਨ ਇੱਕ ਸਰਵੇ ਕਰਾਇਆ ਗਿਆ, ਇਹਦੇ ਵਿੱਚ ਦੱਸ ਰਹੇ ਆ ਕਿ ਰਿਸਰਚ ਕੰਪਨੀ ਨੇ ਜਿਹੜਾ ਸਰਵੇ ਕਰਾਇਆ ਆ ਕਿ ਡੈਫੀਨੇਟਲੀ ਜਾਂ ਪ੍ਰੋਬੇਬਲੀ ਉਹ ਚਾਹੁੰਦੇ ਆ ਕਿ ਸਪੀਡ ਲਿਮਿਟ ਰੈਜ਼ੀਡੈਂਸ਼ੀਅਲ ਸਟਰੀਟ ਦੇ ਵਿੱਚ ਘਟਾ ਦਿੱਤੀ ਜਾਵੇ ਅਤੇ ਜਿਹੜੀ ਕਿ ਹੁਣ ਇਸ ਵੇਲੇ 50 ਆ ਇਹਨੂੰ 30 ਕਰ ਦਿੱਤਾ ਜਾਵੇ। 8% ਇਹ ਵੱਧ ਗਏ ਆ ਲੋਕ। 2 ਸਾਲ ਪਹਿਲਾਂ 2019 ਦੇ ਵਿੱਚ ਵੀ ਇਹ ਸਰਵੇ ਕਰਾਇਆ ਸੀ, ਉਸ ਵੇਲੇ 58% ਕਹਿੰਦੇ ਸੀ ਕਿ ਸਪੀਡ 50 ਤੋਂ ਘਟਾ ਕੇ 30 ਕਰ ਦਿਓ, ਹੁਣ 66% ਕਹਿ ਰਹੇ ਆ। 8% ਇਹਦੇ ਵਿੱਚ ਵੱਧ ਗਿਆ ਕਿ ਇਹਦੀ ਸਪੀਡ ਨੂੰ ਵਧਾ ਦਿੱਤਾ ਜਾਵੇ, ਘਟਾ ਦਿੱਤਾ ਜਾਵੇ, ਜਿਹੜੀ ਸਪੀਡ ਆ ਉਹ 50 ਤੋਂ 30 ਕਰ ਦਿੱਤਾ ਜਾਵੇ। ਪੋਲ ਇਹ ਵੀ ਸੁਜੈਸਟ ਕਰ ਰਹੀ ਆ ਕਿ ਜਿਹੜੇ ਲੋਕ ਸਪੀਡ ਨੂੰ ਘਟਾਉਣ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਆ, 68% ਆ। ਜਿਹੜੇ ਪੁਰਸ਼ ਨੇ ਉਹਨਾਂ ਦੀ ਗਿਣਤੀ 63% ਆ। ਇਹ ਵੀ ਦੇਖਿਆ ਗਿਆ ਕਿ ਕਈ ਫੈਕਟਰ ਉਹਦੇ ਵਿੱਚ ਹੋਰ ਵੀ ਆ ਕਿ ਜਿਹੜੇ 10 ਦੇ ਵਿੱਚੋਂ 7 BC 'ਚ ਰਹਿਣ ਵਾਲੇ ਲੋਕ ਜਿਨ੍ਹਾਂ ਦੀ ਉਮਰ 18 ਤੋਂ 34 ਸਾਲ ਆ, ਉਹ ਕਹਿੰਦੇ ਇਸ ਰੈਗੂਲੇਸ਼ਨ ਨੂੰ ਜੀਐ ਕਹਿ ਰਹੇ ਆ। ਅਤੇ ਜਿਹੜੇ ਦੂਜੇ ਪਾਸੇ 65% ਨੇ 35 ਤੋਂ 54 ਸਾਲ ਵਾਲੇ, ਉਹਨਾਂ ਦਾ ਕਹਿਣਾ ਵੱਖਰਾ ਆ। ਅਤੇ 55 ਸਾਲ ਤੋਂ ਬਾਅਦ ਉਮਰ ਵਾਲੇ ਜਿਹੜੇ 62% ਇਹਦੇ ਵਿੱਚ ਦੱਸੇ ਜਾ ਰਹੇ ਆ। ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਉਹਨਾਂ ਨੇ ਇਹਨਾਂ ਲੋਕਾਂ ਨੂੰ, ਅੰਕੜਿਆਂ ਨੂੰ ਡਿਵਾਈਡ ਕਰਕੇ ਦੇਖਿਆ, ਪਰ ਜਿਹੜੀ ਬਾਟਮ ਲਾਈਨ ਇਹਦੇ ਵਿੱਚੋਂ ਇਹ ਨਿਕਲਦੀ ਆ ਕਿ ਬਹੁਤ ਗਿਣਤੀ ਲੋਕ ਇਹ ਚਾਹੁੰਦੇ ਆ ਕਿ 50 ਦੀ ਸਪੀਡ ਨੂੰ ਘਟਾ ਕੇ 30 ਦੀ ਕਰ ਦਿੱਤਾ ਜਾਵੇ। ਜਦੋਂ ਇਹਨੂੰ ਰੀਜਨ ਦੇ ਵਿੱਚ ਡਿਵਾਈਡ ਕਰਕੇ ਦੇਖਦੇ ਆ ਤਾਂ ਉਹਦੇ ਵਿੱਚ ਹੋਰ ਵੱਖਰੇ ਅੰਕੜੇ ਜਿਹੜੇ ਸਾਹਮਣੇ ਆਉਂਦੇ ਆ। ਜਿਹੜੇ ਸਾਊਥ ਵਾਲੇ ਪਾਸੇ BC ਦੇ ਵਿੱਚ ਹੈਗੇ ਉਹ 72% ਲੋਕ ਆ ਜਿਹੜੇ ਚਾਹੁੰਦੇ ਆ ਕਿ ਸਪੀਡ ਘਟਾ ਦਿੱਤੀ ਜਾਵੇ। ਮੈਟਰੋ ਵੈਨਕੂਵਰ ਤੇ ਨਾਰਥ ਵਾਲੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਥੋੜ੍ਹੇ ਜਿਹੇ ਪਿੱਛੇ ਆ, ਉਹ 67% ਲੋਕ ਚਾਹੁੰਦੇ ਆ ਕਿ ਸਪੀਡ ਘਟਾ ਦਿੱਤੀ ਜਾਵੇ। ਫਰੇਜ਼ਰ ਵੈਲੀ ਵਾਲੇ ਪਾਸੇ ਜਿਹੜੇ ਆ ਉਹ 63% ਲੋਕ ਆ ਜਿਹੜੇ ਚਾਹੁੰਦੇ ਆ ਕਿ ਸਪੀਡ ਘਟਾ ਦਿੱਤੀ ਜਾਵੇ। ਵੈਨਕੂਵਰ ਆਈਲੈਂਡ ਦੇ ਉੱਤੇ 58% ਲੋਕ ਆ ਜਿਹੜੇ ਚਾਹੁੰਦੇ ਆ ਕਿ ਸਪੀਡ ਘਟਾ ਦਿੱਤੀ ਜਾਵੇ। ਤੁਹਾਨੂੰ ਇਹ ਪਤਾ ਆ ਕਿ 30 ਦੀ ਸਪੀਡ ਵੈਨਕੂਵਰ, ਗ੍ਰੈਂਡ ਵਿਊ, ਵੁੱਡਲੈਂਡ ਨੇਬਰਹੁੱਡ ਦੇ ਵਿੱਚ ਪਹਿਲਾਂ ਹੀ ਐਪਲੀਕੇਬਲ ਆ, ਉੱਥੇ 30 ਦੀ ਸਪੀਡ ਆ। ਸਿਟੀ ਨੇ 2019 ਦੇ ਵਿੱਚ ਮੋਸ਼ਨ ਪਾਸ ਕੀਤਾ ਸੀ ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ, ਜਿਹਦੇ ਤਹਿਤ ਸਪੀਡ ਘਟਾਈ ਸੀਗੀ ਕੁਛ ਸਿਲੈਕਟਡ ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ। ਪੋਲ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ 10 ਦੇ ਵਿੱਚੋਂ 7 ਬ੍ਰਿਟਿਸ਼ ਕੋਲੰਬੀਆ ਜਿਹੜੇ ਵੈਨਕੂਵਰ ਦੇ ਇਸ ਪਾਇਲਟ ਪ੍ਰੋਜੈਕਟ ਨੂੰ ਬਹੁਤ ਚੰਗਾ ਕਹਿ ਰਹੇ ਆ। ਭਾਵ ਉਹ ਕਹਿੰਦੇ ਕਿ ਇੱਦਾਂ ਦੀਆਂ ਚੀਜ਼ਾਂ ਹੋਰ ਥਾਵਾਂ ਦੇ ਉੱਤੇ ਵੀ ਹੋਣੀਆਂ ਚਾਹੀਦੀਆਂ। 5 ਦੇ ਵਿੱਚੋਂ 2 ਜਿਹੜੇ ਲੋਕ ਨੇ, ਜਾਣੀ ਕਿ 39-40%, ਉਹ ਕਹਿੰਦੇ ਆ ਕਿ ਉਹਨਾਂ ਨੇ ਕਾਰਾਂ ਜਿੰਨੀ ਕਰੰਟ ਸਪੀਡ ਲਿਮਿਟ ਹੁੰਦੀ ਆ ਉਹਦੇ ਤੋਂ ਜ਼ਿਆਦਾ ਚੱਲਦੀਆਂ ਦੇਖੀਆਂ। ਦਿਨ 'ਚ ਇੱਕ ਵਾਰੀ ਵੀ ਰੋਜ਼ ਉਹਨਾਂ ਨੂੰ ਇੱਦਾਂ ਦੀਆਂ ਕਾਰਾਂ ਨਜ਼ਰ ਆਉਂਦੀਆਂ ਜਿਹੜੀਆਂ ਜਿੰਨੀ ਸਪੀਡ ਉੱਥੇ ਦਿੱਤੀ ਹੁੰਦੀ ਉਹ ਤੋਂ ਤੇਜ਼ ਜਾਂਦੀਆਂ। 29% ਲੋਕ ਇਹਦੇ ਵਿੱਚ ਕਹਿ ਰਹੇ ਆ ਕਿ ਜਿਹੜਾ ਕੁਛ ਵਾਰੀ ਉਹਨਾਂ ਨੇ ਦੇਖਿਆ, ਹਫ਼ਤੇ ਦੇ ਵਿੱਚ ਕੁਛ ਵਾਰੀ ਦੇਖਿਆ, ਅਤੇ 18% ਕਹਿੰਦੇ ਆ ਕਿ ਉਹਨਾਂ ਨੇ ਮਹੀਨੇ 'ਚ ਇੱਕ ਵਾਰੀ ਦੇਖਿਆ, ਅਤੇ 15% ਸਿਰਫ ਲੋਕ 100 ਦੇ ਵਿੱਚੋਂ 15 ਜਣੇ ਕਹਿ ਰਹੇ ਕਿ ਅਸੀਂ ਓਵਰ ਸਪੀਡ ਕਾਰ ਜਾਂਦੀਆਂ ਨਹੀਂ ਦੇਖੀਆਂ। ਨਹੀਂ ਤਾਂ ਲਗਭਗ ਸਾਰਿਆਂ ਨੇ ਇਹ ਕਾਰਾਂ ਸਪੀਡ ਤੋਂ ਜ਼ਿਆਦਾ ਜਾਂਦੀਆਂ ਦੇਖੀਆਂ ਨੇ। ਇੱਕ ਖਬਰ ਇੰਟਰਸਟ ਰੇਟ ਬਾਰੇ। ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾਇਆ। ਇਸ ਵੱਧ ਇੰਟਰਸਟ ਰੇਟ ਦਾ ਅਸਰ ਲੋਕਾਂ ਦੇ ਉੱਤੇ ਸਾਫ਼ ਤੌਰ ਦੇ ਉੱਤੇ ਪੈਣਾ ਸ਼ੁਰੂ ਹੋ ਚੁੱਕਿਆ। ਇੱਕ ਤਾਂ ਲੋਕਾਂ ਦੀ ਮੌਰਗੇਜ ਦੀ ਪੇਮੈਂਟ ਵੱਧ ਗਈ, ਦੂਜਾ ਲੋਕ ਕੁਆਲੀਫਾਈ ਨਹੀਂ ਕਰ ਰਹੇ, ਅਤੇ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਘਰ ਜਿਨ੍ਹਾਂ ਘਰਾਂ ਦਾ ਸਾਵਾਂ ਸਿੱਕਾ ਸਰਦਾ, ਭਾਵ ਉਹ ਪੇਚੈੱਕ ਜਿੰਨੇ ਦਾ ਆਉਂਦਾ ਓਨਾ ਹੀ ਉਹਨਾਂ ਦਾ ਖਰਚਾ ਆ, ਉਹਨਾਂ ਦੇ ਉੱਤੇ ਇੱਕ ਵੱਡਾ ਸੰਕਟ ਪੈਦਾ ਹੋ ਜਾਣਾ। ਬੈਂਕ ਆਫ ਕੈਨੇਡਾ ਕਹਿ ਰਹੀ ਹੈ ਇਸ ਵੇਲੇ, ਸਲਾਹ ਉਹਨਾਂ ਨੇ ਇਹ ਦਿੱਤੀ ਆ ਕਿ ਘਰਾਂ ਦੀਆਂ ਵੱਧ ਕੀਮਤਾਂ ਅਤੇ ਇਹਨਾਂ ਨਾਲ ਸੰਬੰਧਿਤ ਜਿਹੜੇ ਕਰਜ਼ੇ ਆ ਉਹ ਸਾਡੀ ਇਕੋਨਮੀ ਲਈ ਬਹੁਤ ਵੱਡਾ ਖਤਰਾ ਬਣਿਆ ਹੈ। ਬੈਂਕਾਂ ਨੇ ਇਹ ਕਿਹਾ, ਬੈਂਕ ਆਫ ਕੈਨੇਡਾ ਨੇ ਇਹ ਕਿਹਾ
ਕਿ ਜਦੋਂ ਮਹਾਮਾਰੀ ਆਈ ਸੀ, ਜਦੋਂ ਕੋਵਿਡ ਆਇਆ ਸੀ, ਉਸ ਵੇਲੇ ਘਰ ਖਰੀਦਣ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦੀ ਗਿਣਤੀ ਵੱਧ ਗਈ, ਕਿਉਂਕਿ ਇੰਟਰਸਟ ਰੇਟ ਘਟ ਗਏ, ਵੱਧ ਲੋਕ ਕਰਜ਼ਾ ਲੈਣ ਦੇ ਯੋਗ ਹੋ ਗਏ, ਉਹ ਵੱਧ ਗਏ ਤੇ ਘਰ ਜਿਹੜੇ ਸੀਗੇ ਉਹਨਾਂ ਨੇ ਲੈਣੇ ਸ਼ੁਰੂ ਕਰ ਦਿੱਤੇ। ਤੇ ਹੁਣ ਜਦੋਂ ਮੌਰਗੇਜਸ ਰੀਨਿਊ ਹੋਣੀਆਂ, ਉਸ ਵੇਲੇ ਬੈਂਕ ਆਫ ਕੈਨੇਡਾ ਕਹਿ ਰਹੀ ਹੈ ਤੁਹਾਨੂੰ ਝਟਕਾ ਲੱਗ ਸਕਦਾ। ਭਾਵ ਜੇ ਕਿਸੇ ਨੇ 3 ਜਾਂ 5 ਸਾਲ ਲਈ ਅੱਜ ਤੋਂ ਸਾਲ 2 ਸਾਲ ਪਹਿਲਾਂ ਫਿਕਸ ਕਰਵਾਈ ਸੀ, ਹੁਣ ਜਦੋਂ ਉਹਨੇ ਰੀਨਿਊ ਹੋਣਾ, ਉਹ ਰੀਨਿਊ ਹੋਣ ਵੇਲੇ ਉਹਦੀ ਪੇਮੈਂਟ ਜਿਹੜੀ ਆ ਉਹ ਨਹੀਂ ਰਹਿਣੀ ਜਿਹੜੀ ਪਹਿਲਾਂ ਸੀਗੀ, ਉਹ ਵੱਧ ਜਾਣੀ ਆ, ਕਿਉਂਕਿ ਵਿਆਜ ਦਰਾਂ ਵੱਧ ਗਈਆਂ। ਤੇ ਜਦੋਂ ਉਹ ਪੇਮੈਂਟ ਵਧਣੀ ਆ ਤਾਂ ਉਸ ਵੇਲੇ ਇੱਕ ਝਟਕਾ ਲੋਕਾਂ ਨੂੰ ਲੱਗਣਾ ਆ। ਉਹਨਾਂ ਨੇ ਇੱਕ ਬੈਂਕ ਆਫ ਕੈਨੇਡਾ ਨੇ ਫਾਈਨੈਂਸ਼ੀਅਲ ਸਿਸਟਮ ਦਾ ਰਿਵਿਊ ਕੀਤਾ। ਉਹ ਕਹਿੰਦੇ ਅਸੀਂ ਮਜ਼ਬੂਤ ਆ, ਸਾਡੀ ਇਕੋਨਮੀ ਜਿਹੜੀ ਸਟਰੋਂਗ ਆ, ਇਸੇ ਕਰਕੇ ਇਸ ਪੈਂਡੈਮਿਕ ਦੇ ਵਿੱਚ ਠੀਕ ਠਾਕ ਰਹਿ ਗਈ। ਪਰ ਹੁਣ ਜਿਹੜੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ, ਇਹਦੇ ਬਾਰੇ ਕੁਛ ਨਾ ਕੁਛ ਕਰਨਾ ਪਊਗਾ। ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਟਿਫ ਮੈਕਲਮ, ਉਹ ਕਹਿੰਦੇ ਕਿ ਇੱਕ ਔਸਤ ਪਰਿਵਾਰ ਜਿਹੜਾ ਆ ਉਹ ਠੀਕ ਹੈ ਕੈਨੇਡਾ ਦੇ ਵਿੱਚ, ਇੰਨਾ ਨਹੀਂ ਉਹ ਬੁਰਾ ਹਾਲ ਹੋਇਆ, ਪਰ ਬਹੁਤ ਸਾਰੇ ਕੈਨੇਡੀਅਨ ਜਿਨ੍ਹਾਂ ਨੇ ਇਸ ਪੈਂਡੈਮਿਕ ਦੇ ਦੌਰਾਨ ਮਤਲਬ ਅੱਡੀਆਂ ਚੱਕ ਕੇ ਫਾਹਾ ਲਿਆ, ਭਾਵ ਲੋਬਿੱਤ ਤੋਂ ਬਾਹਰੇ ਹੋ ਕੇ ਉਹਨਾਂ ਨੇ ਘਰ ਲੈ ਲਏ, ਉਹ ਇਸ ਵੇਲੇ ਸੰਕਟ ਦੇ ਵਿੱਚ ਆਉਣਗੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਥੱਲੇ ਆ ਵੀ ਰਹੀਆਂ ਨੇ ਤੇ ਹੋਰ ਆ ਵੀ ਜਾਣੀਆਂ ਨੇ। ਤੇ ਜਿਹੜੇ 2/3 ਕੈਨੇਡੀਅਨ ਆ ਉਹਨਾਂ ਦੇ ਕੋਲ ਆਪਣੇ ਘਰ ਹੈਗੇ ਆ, ਜਿਨ੍ਹਾਂ ਦੇ ਕੋਲ ਆਪਣੇ ਘਰ ਹੋਣਗੇ ਉਹਨਾਂ ਦੇ ਵਿੱਚੋਂ ਅੱਧੇ ਪੇਡ ਆ ਕੈਨੇਡਾ ਦੇ ਵਿੱਚ, ਅੱਧੇ ਹਜੇ ਜਿਹੜੇ ਆ ਉਹ ਪੇਮੈਂਟਾਂ ਦੇ ਰਹੇ ਆ। ਤੇ ਜਿਹੜੇ ਦੇ ਰਹੇ ਆ ਉਹਨਾਂ ਦੇ ਉੱਤੇ ਮੌਰਗੇਜ ਆ, ਮੌਰਗੇਜ ਦੀ ਉਹਨਾਂ ਲੋਕਾਂ ਨੂੰ ਇਹਦਾ ਸਿੱਧਾ ਅਸਰ ਪੈ ਰਿਹਾ ਆ। ਜਿੱਦਾਂ ਇੰਟਰਸਟ ਰੇਟ ਵਧੇ ਆ, ਇਹਦੇ ਕਰਕੇ ਮਾਰਕੀਟ ਸਲੋ ਹੋਈ ਆ। ਤੇ ਕਿਉਂਕਿ ਲੋਕਾਂ ਨੇ ਘੱਟ ਪਹਿਲਾਂ ਲੈ ਲਏ ਸੀਗੇ, ਤੇ ਹੁਣ ਜਿਹੜੀਆਂ ਮਤਲਬ 50% ਤੱਕ ਘਰਾਂ ਦੀ ਕੀਮਤ ਵੱਧ ਗਈ ਪਿਛਲੇ ਸਮੇਂ ਦੇ ਵਿੱਚ। 5 ਵਿੱਚੋਂ 1 ਕੈਨੇਡੀਅਨ ਇਸ ਵੇਲੇ ਮਤਲਬ ਦੱਸਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਕਰਜ਼ੇ ਦੇ ਹੇਠਾਂ ਆ। 5 ਦੇ ਵਿੱਚੋਂ 1 ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਆਮਦਨ ਤੇ ਕਰਜ਼ੇ ਜਿਹੜੀ ਇਨਕਮ ਡੈਟ ਦੀ ਰੇਸ਼ੋ ਆ ਉਹ ਸਾਰੀ ਹਿੱਲੀ ਪਈ ਆ। ਸੋ ਪਹਿਲਾਂ ਇਹ ਗਿਣਤੀ ਘੱਟ ਸੀਗੀ ਮਹਾਮਾਰੀ ਤੋਂ ਪਹਿਲਾਂ, ਹੁਣ ਜ਼ਿਆਦਾ ਆ। ਹੁਣ ਮਹਿੰਗਾਈ 'ਤੇ ਕਾਬੂ ਪਾਉਣ ਦੇ ਲਈ ਜਿਹੜੇ ਵਿਆਜ ਦਰ ਵਧਾਈ ਜਾ ਰਹੀ ਹੈ। ਮਾਰਚ ਦੇ ਵਿੱਚ ਵਿਆਜ ਦਰ 0.25 ਸੀ, ਜਿਹੜੀ ਹੁਣ ਵੱਧ ਕੇ 1.5% ਕਰ ਦਿੱਤੀ ਗਈ ਆ। ਹਾਊਸਿੰਗ ਮਾਰਕੀਟ ਦੇ ਉੱਤੇ ਸਿੱਧਾ ਇਹਦਾ ਅਸਰ ਪੈ ਰਿਹਾ ਆ। ਜਿਹੜੀ ਇਹ ਸਾਰੇ ਕੁਛ ਨੂੰ ਦੇਖਣ ਤੋਂ ਬਾਅਦ ਹੁਣ ਜਿਹੜੇ ਲੋਕਾਂ ਦੇ ਉੱਤੇ ਜਿੰਨਾ ਲੋਨ ਜ਼ਿਆਦਾ ਆ, ਔਰ ਦੱਸਿਆ ਜਾ ਰਿਹਾ ਕਿ 30% ਤੱਕ ਤੁਹਾਡੀ ਮੌਰਗੇਜ ਵੱਧ ਸਕਦੀ ਹੈ। ਜਿੰਨੀ ਮੌਰਗੇਜ ਤੁਸੀਂ ਹੁਣ ਦੇ ਰਹੇ ਆ 30% ਤੱਕ ਵੱਧ ਸਕਦੀ ਆ। ਤੇ ਇਹਦਾ ਅਸਰ ਸਿੱਧਾ ਪੈਣਾ ਮਤਲਬ 2015 ਤੋਂ ਲੈ ਕੇ 2026 ਤੱਕ ਜਿਹੜੇ ਵੇਰੀਏਬਲ ਲੋਨ ਜਿਨ੍ਹਾਂ ਲੋਕਾਂ ਦੇ ਕੋਲ ਹੈਗੇ ਆ ਉਹਨਾਂ ਦੀ ਵਿਆਜ ਦਰ 4.4% ਹੋ ਸਕਦੀ ਆ, ਤੇ ਜਿਹੜੇ ਫਿਕਸਡ ਆ ਉਹ 4.5% ਤੱਕ ਜਾ ਸਕਦੀ ਆ। ਇਸ ਵੇਲੇ ਜਿਹੜੀ ਮੌਜੂਦਾ ਵੇਰੀਏਬਲ ਰੇਟ ਆ ਉਹਦੇ ਵਿੱਚ 2% ਵਾਧਾ ਦੱਸਿਆ ਜਾ ਰਿਹਾ, ਫਿਕਸ ਰੇਟ ਦੇ ਵਿੱਚ ਜਿਹੜੀ ਇੰਨਾ ਹੀ ਵਾਧਾ ਦੱਸਿਆ ਜਾ ਰਿਹਾ। 2020-21 ਦੇ ਵਿੱਚ ਮੌਰਗੇਜ ਲੈਣ ਵਾਲੇ 1.4 ਮਿਲੀਅਨ ਕੈਨੇਡੀਅਨ ਸੀਗੇ। ਉਹਨਾਂ ਨੂੰ ਜਦੋਂ ਉਹਨਾਂ ਨੇ ਮੌਰਗੇਜ ਰੀਨਿਊ ਕਰਾਉਣੀ ਆ ਤਾਂ ਮਹੀਨੇ ਦਾ $400-450 ਜਾਂ ਇੱਦਾਂ ਕਹਿ ਲਓ ਕਿ 30% ਉਹਨਾਂ ਦੀ ਮੌਰਗੇਜ ਵੱਧ ਜਾਣੀ ਹੈ। ਜਿਹੜੇ ਫਿਕਸ ਮੌਰਗੇਜ ਵਾਲੇ ਆ ਉਹਨਾਂ ਦੇ ਉੱਤੇ ਅਸਰ ਇਹਦਾ ਘੱਟ ਪੈਣਾ ਆ। ਸੋ $1,260 ਜਿਹਦੀ ਮੌਰਗੇਜ ਹੈਗੀ ਆ ਉਹਨੂੰ $1,560 ਮੌਰਗੇਜ ਦੇਣੀ ਪਊਗੀ, ਜਾਣੀ ਕਿ 24% ਦੀ ਵਾਧਾ ਹੋ ਜਾਊਗਾ। ਤੇ ਦੂਜੀ ਗੱਲ ਇਹਦੇ ਵਿੱਚੋਂ ਵੱਖਰਾ ਸੰਕਟ ਇਹ ਆ ਕਿ ਇਹ ਮੌਰਗੇਜ ਇੱਦਾਂ ਹੀ ਵਧੀ ਜਾਣੀ ਹੈ, ਕਿਉਂਕਿ ਵਿਆਜ ਦਰਾਂ ਹਜੇ ਇੱਦਾਂ ਹੀ ਵਧੀ ਜਾਣੀਆਂ। ਇੱਕ ਵੱਡਾ ਸੰਕਟ ਇਸ ਵੇਲੇ ਕੈਨੇਡਾ ਦੇ ਵਿੱਚ ਉਹਨਾਂ ਲੋਕਾਂ ਦੇ ਉੱਤੇ ਪੈ ਰਿਹਾ ਜਿਨ੍ਹਾਂ ਨੇ ਆਪਣੀ ਵਿੱਤ ਤੋਂ ਬਾਹਰ ਕਰਜ਼ਾ ਲਿਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫੇਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ ਫਰੰਟਲਾਈਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।